ਪਰਾ ਕਰਮ ਸਿੰਘ ਕੇ ਗ੍ਰਹਿ ਬਿਖੈ ਪ੍ਰਗਟੇ ਹੈ ਅਵਤੰਸ ਜੱਸਾ ਸਿੰਘ ਹੈ ਨਾਮ ਤਿਸ ਜਨਮ ਮਰਨ ਨਹਿ ਮੰਸ ਕਰਮ ਸਿੰਘ ਕੇ ਗ੍ਰਹਿ ਬਿਖੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਦੇ ਨਾਲ ਅੱਜ ਆਪਾਂ ਸਾਰੇ ਹੀ ਸਰਬਲੋ ਬੁੰਗਾ ਨੰਗਲੀ ਵਿਖੇ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਕਰਕੇ ਸ਼ਾਮ ਦੇ ਵਕਤ ਸੱਚੇ ਪਾਤਸ਼ਾਹ ਜੀ ਤੋਂ ਨਿਵਾਜੇ ਹੋਏ ਪਾਵਨ ਗੁਰੂ ਕੇ ਸ਼ਹੀਦ ਸਿੰਘਾਂ ਦਾ ਪਾਵਨ ਇਤਿਹਾਸ ਵਿਚਾਰਦੇ ਪਏ ਹਾਂ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੁਲਾਰੇ ਪਿਆਰੇ ਬਾਬਾ ਉਦੇ ਸਿੰਘ ਜੀ, ਜਿਨ੍ਹਾਂ ਨੇ ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਿਨਾਂ ਦੇ ਪਾਸੋਂ ਮਹਾਨ ਖੁਸ਼ੀਆਂ ਪ੍ਰਾਪਤ ਕੀਤੀਆਂ। ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਜੀ ਨੇ ਫਰਮਾਇਆ, ਉਦੇ ਸਿੰਘ ਤੇਰਾ ਪੰਥ ਵਿੱਚ ਸਤਿਕਾਰ ਹੋਵੇਗਾ, ਤੇਰੇ ਵਿੱਚ ਮੇਰਾ ਦਰਸ਼ਨ ਹੋਵੇਗਾ। ਜਿਹੜਾ ਤੇਰਾ ਸਤਿਕਾਰ ਕਰੇਗਾ ਮੈਂ ਸਮਝਾਂਗਾ ਕਿ ਉਹ ਮੇਰਾ ਹੀ ਸਤਿਕਾਰ ਕਰਦਾ ਪਿਆ ਏ। ਗੁਰੂ ਕੇ ਪੰਥ ਵਿੱਚ ਉੱਚਾ ਜਸ ਉੱਚਾ ਮਾਣ ਤੂੰ ਪ੍ਰਾਪਤ ਕਰੇਗਾ। ਤੇਰੇ ਬੰਸ ਦੇ ਵਿੱਚ ਐਸੇ ਮਹਾਨ ਸੂਰਬੀਰ ਮਹਾਂਪੁਰਖ ਯੋਧੇ ਜਨਮ ਲੈਣਗੇ ਜੋ ਤੇਰੇ ਵਾਂਗ ਹੀ ਆਪਾ ਪੰਥ ਤੋਂ ਕੁਰਬਾਨ ਕਰਨਗੇ। ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤਿਨਾਂ ਦੇ ਬਚਨ ਫਲੀਭੂਤ ਹੋਏ ਤੇ ਬਾਬਾ ਉਦੇ ਸਿੰਘ ਜੀ ਦੀ ਬੰਸ ਵਿੱਚ ਮਹਾਨ ਮਹਾਂਪੁਰਖ ਜੰਗੀ ਜਰਨੈਲ ਬਾਬਾ ਜੱਸਾ ਸਿੰਘ ਜੀ ਤਿਨਾਂ ਨੇ ਅਵਤਾਰ ਲੈਣਾ ਕੀਤਾ ਅਤੇ ਸਰਹਾਲੀ ਨਗਰ ਦੇ ਵਿੱਚ ਮਹਾਨ ਗੁਰਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਜਿਸ ਵਕਤ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਸਰਸਾ ਦੀ ਨਦੀ ਦੇ ਕਿਨਾਰੇ ਦੇ ਉੱਪਰ ਬੜਾ ਮਹਾਨ ਵਿਖੜਾ ਪੰਧ ਦੇਖਿਆ। ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦਾ ਵੀ ਵਿਛੋੜਾ ਪਿਆ। ਦੋ ਸਾਹਿਬਜ਼ਾਦੇ ਸਰਹੰਦ ਦੇ ਵਿੱਚ ਜੂਝੇ, ਦੋ ਸਾਹਿਬਜ਼ਾਦੇ ਚਮਕੌਰ ਸਾਹਿਬ। ਉਸ ਵਕਤ ਗੁਰੂ ਕਾ ਪੰਥ ਖਾਲਸਾ ਬਹੁਤ ਸਾਰੇ ਗੁਰੂ ਕੇ ਸਿੰਘ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਅਤੇ ਜਿਹੜੇ ਬਚੇ ਖੁਸ਼ੇ ਉਹਨਾਂ ਨੇ ਮਾਝੇ ਵੱਲ ਨੂੰ ਪਨਾਹ ਲਈ ਅਤੇ ਬਾਬਾ ਉਦੇ ਸਿੰਘ ਜੀ ਦੀ ਬੰਸ ਦੇ ਜਿਹੜੇ ਅੱਗੇ ਪੈਰੋਕਾਰ ਸਨ ਉਹ ਸਰਹਾਲੀ ਵਿੱਚ ਆ ਕਰਕੇ ਵਸੇ। ਸਰਹਾਲੀ ਦੇ ਵਿੱਚ ਉਹਨਾਂ ਨੇ ਬਾਬਾ ਉਦੇ ਸਿੰਘ ਜੀ ਦੇ ਨਾਮ ਦੇ ਉੱਪਰ ਖੂਹ ਲਵਾਉਣਾ ਕੀਤਾ, ਕਿਉਂਕਿ ਪੁਰਾਣੀ ਗੁਰੂ ਖਾਲਸਾ ਜੀ ਇਹ ਮਰਜ਼ਾਦਾ ਹੁੰਦੀ ਸੀ ਕਿ ਇੱਕ ਪਿੰਡ ਤੋਂ ਉੱਠ ਕਰਕੇ ਜਦੋਂ ਦੂਜੇ ਪਿੰਡ ਜਾਂਦੇ ਸਨ ਤੇ ਉਹ ਆਪਣੇ ਵੱਡੇ ਦੇ ਨਾਂ ਤੇ ਕੋਈ ਖੂਹ ਜਾਂ ਰੁੱਖ ਲਵਾਉਂਦੇ ਸਨ। ਅੱਜ ਵੀ ਗੁਰੂ ਖਾਲਸਾ ਜੀ ਸਰਹਾਲੀ ਵਿੱਚ ਬਾਬਾ ਉਦੇ ਸਿੰਘ ਜੀ ਦੇ ਨਾਮ ਉੱਤੇ ਖੂਹ ਹੈ। ਉਹਨੂੰ ਉਦੋ ਕੇ ਕਾ ਖੂਹ ਜਾਂ ਉਦੇ ਕੇ ਕਾ ਖੂਹ ਇਸ ਤਰੀਕੇ ਦੇ ਨਾਲ ਸਰਹਾਲੀ ਦੇ ਲੋਕ ਕਹਿੰਦੇ ਮੈਂ ਸੁਣੇ ਹਨ। ਸੋ ਐਸੇ ਮਹਾਨ ਜੰਗੀ ਜਰਨੈਲ ਧੰਨ ਬਾਬਾ ਜੱਸਾ ਸਿੰਘ ਜੀ, ਉਹਨਾਂ ਦੇ ਅਵਤਾਰ ਦੀ ਜੈਸੀ ਕਥਾ ਆ ਰਹੀ ਹੈ ਉਹ ਮਨ ਦੀਆਂ ਬਿਰਤੀਆਂ ਨੂੰ ਇਕਾਗਰਚਿਤ ਕਰਦਿਆਂ ਹੋਇਆਂ ਉਚਾਰਨ ਕਰੋ ਆਪਣੀ ਰਸਨਾ ਤੋਂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰਮ ਸਿੰਘ ਕੇ ਗ੍ਰਹਿ ਬਿਖੈ ਪ੍ਰਗਟੇ ਹੈ ਅਵਤੰਸ। ਹਾਂ, ਬਾਬਾ ਉਦੇ ਸਿੰਘ ਜੀ ਦੀ ਬੰਸ ਵਿੱਚ ਬਾਬਾ ਕਰਮ ਸਿੰਘ ਜੀ ਹੋਏ ਹਨ, ਜਿਨ੍ਹਾਂ ਨੇ ਸਰਹਾਲੀ ਨਗਰ ਦੇ ਵਿੱਚ ਆ ਕਰਕੇ ਬਾਬਾ ਉਦੇ ਸਿੰਘ ਜੀ ਦੀ ਬੰਸ ਵਿੱਚ ਪੈਦਾ ਹੋ ਕਰਕੇ ਚੰਗਾ ਨਾਮ ਖੱਟਣਾ ਕੀਤਾ। ਚੰਗੇ ਭਜਨ ਬੰਦਗੀ ਵਾਲੇ ਤੇਜਸਵੀ ਮਹਾਂਪੁਰਖ ਸਨ। ਉਹਨਾਂ ਦੇ ਘਰ ਵਿੱਚ ਅਵਤੰਸ ਕਹਿੰਦੇ ਨੇ ਸੂਰਜ ਨੂੰ। ਸੂਰਜ ਦੇ ਸਮਾਨ ਮਹਾਨ ਜੰਗੀ ਜਰਨੈਲ
ਧੰਨ ਬਾਬਾ ਜੱਸਾ ਸਿੰਘ ਜੀ ਪ੍ਰਗਟ ਹੋਏ। ਜੱਸਾ ਸਿੰਘ ਹੈ ਨਾਮ ਤਿਸ, ਜਨਮ ਮਰਨ ਨਹਿ ਮੰਸ। ਹਾਂ, ਕਰਮ ਸਿੰਘ ਜੀ ਦੇ ਘਰ ਵਿੱਚ ਜਿਹੜੇ ਸੁਪੁੱਤਰ ਪੈਦਾ ਹੋਏ ਨੇ ਉਹਨਾਂ ਦਾ ਨਾਮ ਹੈ ਬਾਬਾ ਜੱਸਾ ਸਿੰਘ ਜੀ, ਜਿਨ੍ਹਾਂ ਨੂੰ ਗੁਰੂ ਖਾਲਸਾ ਜੀ ਜਨਮ ਮਰਨ ਲੇਸ਼ ਮਾਤਰ ਵੀ ਨਹੀਂ ਹੈ। ਮੰਸ ਦਾ ਭਾਵ ਹੈ ਮੇਰੇ ਈਸ਼ਵਰ, ਅਤੇ ਮੰਸ ਦਾ ਭਾਵ ਹੈ ਗੁਰੂ ਖਾਲਸਾ ਜੀ ਲੇਸ਼ ਮਾਤਰ, ਕਿਉਂਕਿ ਇੱਕ ਪਦ ਦੇ ਦੋ ਅਰਥ ਹੁੰਦੇ ਨੇ। ਮੰਸ ਦਾ ਅਰਥ ਇਹ ਵੀ ਹੈ ਮੇਰੀ ਅੰਸ਼, ਅਤੇ ਸੰਸਕ੍ਰਿਤ ਦੇ ਵਿਦਵਾਨ ਮੇਰੇ ਈਸ਼ਵਰ ਵੀ ਅਰਥ ਕਰਦੇ ਨੇ, ਤੇ ਮੰਸ ਦਾ ਅਰਥ ਇੱਥੇ ਲੇਸ਼ ਮਾਤਰ ਹੈ। ਜਨਮ ਮਰਨ ਲੇਸ਼ ਮਾਤਰ ਵੀ ਨਹੀਂ ਹੈ। ਐਸੇ ਮਹਾਨ ਜੰਗੀ ਜਰਨੈਲ ਬਾਬਾ ਜੱਸਾ ਸਿੰਘ ਜੀ ਬਾਬਾ ਕਰਮ ਸਿੰਘ ਜੀ ਦੇ ਘਰ ਵਿੱਚ ਪ੍ਰਗਟ ਹੋਏ ਹਨ। ਚੌਪਈ ਸਿੰਘ ਦੀਪ ਕੇ ਸਮੈ ਸੁਮਾਹੇ। ਧੰਨ ਬਾਬਾ ਦੀਪ ਸਿੰਘ ਜੀ ਜੋ ਗੁਰੂ ਖਾਲਸਾ ਜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਦੀ ਕਿਰਪਾ ਦੇ ਪਾਤਰ ਹੋਏ ਹਨ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਨੇ ਅਨੋਖੇ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਉੱਪਰ ਮਹਾਨ ਬਖਸ਼ਿਸ਼ਾਂ ਕੀਤੀਆਂ। ਇੱਕ ਵਾਰ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਉੱਪਰ ਬਾਬਾ ਦੀਪ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੂੰ ਅੰਮ੍ਰਿਤ ਵੇਲੇ ਸ਼ਰਦਾਈਆਂ ਛਕਾਉਣ ਵਾਸਤੇ, ਸ਼ਹੀਦੀ ਦੇਗਾਂ ਛਕਾਉਣ ਵਾਸਤੇ ਇੱਕ ਛੋਟਾ ਜਿਹਾ ਗੜਵਾ ਲੈ ਕੇ ਗਏ, ਤੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦਰਬਾਰ ਵਿੱਚ ਸਜੇ ਹੋਏ ਸਨ। ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ। ਇੱਕਦਮ ਹੀ ਗੁਰੂ ਕੀਆਂ ਸਿੱਖ ਸੰਗਤਾਂ ਗੁਰੂ ਕੇ ਸਿੰਘ ਮਹਾਰਾਜ ਦੀ ਹਜ਼ੂਰੀ 'ਚ ਆਏ, ਤੇ ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਬਾਬਾ ਦੀਪ ਸਿੰਘ ਜੀ ਇਹਨਾਂ ਨੂੰ ਵੀ ਸ਼ਹੀਦੀ ਦੇਗਾਂ ਛਕਾਓ। ਤਾਂ ਬਾਬਾ ਦੀਪ ਸਿੰਘ ਜੀ ਨੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਸਿਰ ਮੱਥੇ ਮੰਨਦਿਆਂ ਹੋਇਆਂ ਛੋਟੇ ਜਿਹੇ ਗੜਵੇ ਦੇ ਵਿੱਚੋਂ ਬਾਟੇ ਭਰ ਭਰ ਕੇ ਗੁਰੂ ਕਿਆਂ ਸਿੰਘਾਂ ਨੂੰ ਨਿਹਾਲੋ ਨਿਹਾਲ ਕਰ ਦਿੱਤਾ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਇਆ, ਦੀਪ ਸਿੰਘ ਤੇਰੇ ਬਾਟੇ ਵਿੱਚ ਕਦੇ ਘਾਟਾ ਨਹੀਂ ਆਵੇਗਾ। ਤੇਰੇ ਬਾਟੇ ਤੋਂ ਭਾਵੇਂ ਦੋਨੋਂ ਲੋਕ ਛਕ ਲੈਣ, ਸ਼ਹੀਦੀ ਦੇਗਾਂ ਛਕ ਕੇ ਨਿਹਾਲੋ ਨਿਹਾਲ ਹੋ ਜਾਣ, ਤੇਰੇ ਬਾਟੇ ਦੇ ਵਿੱਚ ਕਦੇ ਘਾਟਾ ਨਹੀਂ ਆਵੇਗਾ। ਮਹਾਨ ਮਹਾਂਪੁਰਖ ਬਾਬਾ ਦੀਪ ਸਿੰਘ ਜੀ ਦੇ ਤਰਨੇ ਦਲ ਦੇ 12ਵੇਂ ਜਾਨਸ਼ੀਨ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਬਾਬੇ ਬਗਾਲੇ ਸਾਹਿਬ ਵਾਲੇ ਮਹਾਂਪੁਰਖ ਜਿੱਥੇ ਵੀ ਜਾਂਦੇ ਗੁਰੂ ਖਾਲਸਾ ਜੀ ਦੇਗ ਲੰਗਰ ਭਰ ਭਰ ਕੇ ਚਲਾਉਂਦੇ, ਭਰ ਭਰ ਕੇ ਬਾਟੇ ਛਕਾਉਂਦੇ। ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਵੇਖੀਏ, ਉੱਥੇ ਬੜੇ ਬੜੇ ਡੋਲੂ, ਬੜੇ ਬੜੇ ਵੱਡੇ ਗੁਰੂ ਖਾਲਸਾ ਜੀ ਕੜਾਏ ਸ਼ਹੀਦੀ ਦੇਗਾਂ ਦੇ ਹੋਲੇ ਮਹੱਲੇ ਤੇ ਵਰਤਦੇ ਨੇ, ਪਰ ਕਦੇ ਘਾਟਾ ਨਹੀਂ ਪਿਆ। ਇਹ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦਾ ਵਰਦਾਨ ਹੈ। ਸੋ ਸੱਚੇ ਪਾਤਸ਼ਾਹ ਜੀ ਨੇ ਐਸੇ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਨਿਵਾਜਿਆ, ਆਪਣਾ ਦੁਲਾਰਾ ਬਣਾਇਆ ਅਤੇ ਵਰਦਾਨ ਦਿੱਤੇ ਵੀ ਤੇਰਾ ਸੀਸ ਭਾਵੇਂ ਧੜ ਨਾਲੋਂ ਜੁਦਾ ਹੋ ਜਾਵੇ, ਪਰ ਸਿੱਖੀ ਸਿਦਕ ਸੁਆਸਾਂ ਨਾਲ ਨਿਭੇਗਾ। ਐਸੇ ਮਹਾਨ ਜੰਗੀ ਜਰਨੈਲ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਸਮੇਂ ਵਿੱਚ ਜਦੋਂ ਉਹਨਾਂ ਨੇ ਸਰੀਰ ਕਰਕੇ ਧਰਮ ਯੁੱਧ ਲੜੇ, ਗੁਰਬਾਣੀ ਦੇ ਪਾਵਨ ਸਰੂਪ ਲਿਖੇ ਔਰ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ। ਅੰਮ੍ਰਿਤ ਛਕਿਓ ਪੰਥ ਕੇ ਪਾਹੇ। ਹਾਂ, ਐਸੇ ਜੋ ਇਹ ਜੰਗੀ ਜਰਨੈਲ ਬਾਬਾ ਜੱਸਾ ਸਿੰਘ ਜੀ ਹੋਏ ਨੇ ਮਹਾਨ ਬਹਾਦਰ, ਇਹਨਾਂ ਨੇ ਬਾਬਾ ਦੀਪ ਸਿੰਘ ਜੀ ਦੇ ਸਮੇਂ ਪੰਥ ਦੇ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ। ਸੁਦਾ ਸਿੰਘ ਸਿੰਘਣ ਸਰਦਾਰ। ਬਾਬਾ ਸੁਦਾ ਸਿੰਘ ਜੀ ਦਕੋਏ ਦੇ ਵਾਸੀ ਹੋਏ ਨੇ ਅਤੇ ਗੁਰੂ ਕਿਆਂ ਸਿੰਘਾਂ ਦੇ ਇਹ ਜਥੇਦਾਰ ਸਨ। ਨਾਮ ਰਸੀਏ ਸਨ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਰਹਿ ਕਰਕੇ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਇਹਨਾਂ ਨੇ ਵਡਿਆਈਆਂ ਪ੍ਰਾਪਤ ਕੀਤੀਆਂ ਸਨ। ਜਦੋਂ ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਦਮਦਮੇ ਸਾਹਿਬ ਦਾ ਪ੍ਰਬੰਧ ਬਾਬਾ ਦੀਪ ਸਿੰਘ ਜੀ ਨੂੰ ਦਿੱਤਾ
ਤਾਂ ਗੁਰੂ ਖਾਲਸਾ ਜੀ ਦੌਰੇ ਦੀ ਸਾਖੀ ਵਿੱਚ ਲਿਖਿਆ ਹੈ, ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ 5 ਸਿੰਘਾਂ ਦਾ ਪਹਿਰਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਲਾਇਆ। ਆਪ ਜੀ ਨੇ ਦਮਦਮੇ ਸਾਹਿਬ ਗੁਰੂ ਕੀ ਕਾਂਸ਼ੀ ਵਿਖੇ ਰਹਿ ਕਰਕੇ ਗੁਰਬਾਣੀ ਦੇ ਅਰਥਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ। ਉਹਨਾਂ ਸਿੰਘਾਂ ਦੇ ਵਿੱਚ ਬਾਬਾ ਸੁਧਾ ਸਿੰਘ ਜੀ ਵੀ ਸ੍ਰੀ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਰਹੇ। ਗੁਰੂ ਕੇ ਖਾਲਸੇ ਵਿੱਚ ਬਾਬਾ ਸੁਧਾ ਸਿੰਘ ਜੀ ਦਾ ਉੱਚਾ ਸਤਿਕਾਰ ਅਤੇ ਮਾਣ ਸੀ। ਸਾਰੇ ਹੀ ਬਾਬਾ ਦੀਪ ਸਿੰਘ ਜੀ ਵਾਂਗ ਇਹਨਾਂ ਦਾ ਸਤਿਕਾਰ ਕਰਿਆ ਕਰਦੇ ਸਨ। ਸੁਦਾ ਸ਼ਕਾਕਰ ਕੀਓ ਸੋ ਪਾਰ। ਹਾਂ, ਜਿਸ ਵਕਤ ਬਾਬਾ ਜੱਸਾ ਸਿੰਘ ਜੀ ਨੇ ਅੰਮ੍ਰਿਤ ਪਾਨ ਕੀਤਾ ਤਾਂ ਉਸ ਵਕਤ 5 ਪਿਆਰਿਆਂ ਦੇ ਵਿੱਚੋਂ ਸ਼੍ਰੋਮਣੀ ਬਾਬਾ ਸੁਧਾ ਸਿੰਘ ਜੀ ਲੱਗੇ। ਬਾਬਾ ਸੁਧਾ ਸਿੰਘ ਜੀ ਨੇ ਬਾਬਾ ਜੱਸਾ ਸਿੰਘ ਜੀ ਨੂੰ ਅੰਮ੍ਰਿਤ ਛਕਾਇਆ ਅਤੇ ਜਨਮ ਮਰਨ ਤੋਂ ਇਹ ਭਵਜਲ ਤੋਂ ਪਾਰ ਕਰ ਦੇਣਾ ਕੀਤਾ। ਗੁਰੂ ਖਾਲਸਾ ਜੀ ਪੁਰਾਣੇ ਗੁਰੂ ਕੇ ਸਿੰਘ ਅੰਮ੍ਰਿਤ ਛਕਾਇਆ ਕਰਦੇ ਸਨ ਤੇ ਭਵਜਲ ਤੋਂ ਪਾਰ ਕਰਦਿਆ ਕਰਦੇ ਸਨ। ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਆਪ ਜੀ ਦੇ ਮਨ ਵਿੱਚ ਇੱਛਾ ਜਾਗੀ ਵੀ ਅੰਮ੍ਰਿਤ ਛਕਣਾ ਹੈ ਤੇ ਅੰਮ੍ਰਿਤ ਉੱਥੋਂ ਛਕਣਾ ਹੈ ਜਿੱਥੇ ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਜੀ ਨੇ ਪਹਿਲੀ ਵਾਰ ਗੁਰੂ ਕਾ ਖਾਲਸਾ ਸਾਜਦਿਆਂ ਹੋਇਆਂ ਗੁਰੂ ਕੇ ਖਾਲਸੇ ਨੂੰ ਛਕਾਉਣਾ ਕੀਤਾ ਸੀ। ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗਏ, ਅੰਮ੍ਰਿਤ ਛਕਣ ਦੀ ਇੱਛਾ ਪ੍ਰਗਟ ਕੀਤੀ ਤਾਂ ਜਿਹੜੇ 5 ਪਿਆਰੇ ਲੱਗੇ ਉਹਨਾਂ ਵਿੱਚੋਂ ਮਹਾਨ ਹਠੀ ਜਪੀ ਤਪੀ ਜਨਮ ਤੋਂ ਹੀ ਬ੍ਰਹਮ ਗਿਆਨੀ ਪੂਰਨ ਵਿਰਾਗੀ ਅਤੇ ਤਿਆਗੀ ਵਿਵੇਕ ਦਾ ਪਹਿਰਾ ਰੱਖਣ ਵਾਲੇ ਉੱਚੇ ਸੁੱਚੇ ਜੀਵਨ ਵਾਲੇ ਮਹਾਨ ਮਹਾਂਪੁਰਖ ਤਰਨਾ ਦਲ ਸ੍ਰੀ ਮਿਸਲ ਸ਼ਹੀਦਾਂ ਦੇ 11ਵੇਂ ਜਾਨਸ਼ੀਨ ਬਾਬਾ ਸਾਧੂ ਸਿੰਘ ਜੀ 5 ਪਿਆਰਿਆਂ ਵਿੱਚ ਆਪ ਲੱਗੇ। ਦੂਜੇ ਪਿਆਰੇ ਬਾਬਾ ਮੰਗਲ ਸਿੰਘ ਜੀ ਅਤੇ ਤੀਜੇ ਪਿਆਰੇ ਬਾਬਾ ਗੁਰਮੁਖ ਸਿੰਘ ਜੀ ਲੱਗੇ। 2 ਪਿਆਰੇ ਹੋਰ ਸਨ, ਤਿਨਾਂ ਦੇ ਨਾਮ ਗੁਰਮੁਖ ਪ੍ਰਕਾਸ਼ ਦੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਮਹਾਂਪੁਰਖਾਂ ਨੇ ਲਿਖੇ ਨੇ। ਅੰਮ੍ਰਿਤ ਬਾਬਾ ਸੁੰਦਰ ਸਿੰਘ ਜੀ ਨੇ 5 ਪਿਆਰਿਆਂ ਦੇ ਪਾਸੋਂ ਪਾਨ ਕੀਤਾ ਅਤੇ ਫਿਰ 5 ਪਿਆਰਿਆਂ ਦੇ ਅੱਗੇ ਹੱਥ ਜੋੜ ਕਰਕੇ ਅਰਦਾਸ ਕੀਤੀ ਕਿ ਮੈਂ ਸੁਣਿਆ ਹੈ ਕਿ 5 ਪਿਆਰੇ ਗੁਰੂ ਦਾ ਰੂਪ ਹੁੰਦੇ ਨੇ, ਜੋ ਚਾਹਣ ਉਹ ਕਰ ਸਕਦੇ ਨੇ। ਮੇਰੇ ਮਨ ਦੀ ਇੱਛਾ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਮੈਨੂੰ 10 ਪਾਤਸ਼ਾਹਾਂ ਦੇ ਦਰਸ਼ਨ 5 ਪਿਆਰੇ ਕਰਵਾਉਣ। ਗੁਰੂ ਖਾਲਸਾ ਜੀ ਸੰਤ ਗਿਆਨੀ ਸੁੰਦਰ ਸਿੰਘ ਜੀ ਦੀ ਬੇਨਤੀ ਨੂੰ ਮੰਨ ਕਰਕੇ 5 ਗੁਰੂ ਕਿਆਂ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕੀਤੀ, ਬੇਨਤੀ ਕੀਤੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ 10 ਪਾਤਸ਼ਾਹਾਂ ਦੇ ਦਰਸ਼ਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਹੋਏ ਸਨ। ਇੱਦਾਂ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਪਲੰਘੇ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਨਾ ਹੋਣ, 10 ਹੀ ਪਾਤਸ਼ਾਹਾਂ ਵਿਰਾਜਮਾਨ ਹੋਣ। 10 ਪਾਤਸ਼ਾਹਾਂ ਦੀ ਜਾਗਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਹਨਾਂ ਵਿੱਚੋਂ 10 ਪਾਤਸ਼ਾਹਾਂ ਦੇ ਦਰਸ਼ਨ ਹੁਣ ਵੀ ਭਾਵਨਾ ਵਾਲਿਆਂ ਨੂੰ ਹੁੰਦੇ ਨੇ। ਹੁਣ ਵੀ ਗੁਰੂ ਖਾਲਸਾ ਜੀ ਰਹਿਣੀ ਬਹਿਣੀ ਵਾਲੇ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰਦੇ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ 10 ਪਾਤਸ਼ਾਹਾਂ ਦੇ ਦੀਦਾਰ ਹੋ ਜਾਂਦੇ ਨੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਮੌਜ ਵਿੱਚ ਆ ਕੇ ਬਚਨ ਸੁਣਾਇਆ ਕਰਦੇ ਸਨ। ਦਾਸ ਦੇ ਵਿਦਿਆ ਗੁਰਦੇਵ ਬਾਬਾ ਅਮਰ ਸਿੰਘ ਜੀ ਨੰਗਲੀ ਵਾਲੇ, ਉਹਨਾਂ ਨੇ ਮੈਨੂੰ ਇੱਕ ਵਾਰੀ ਬਚਨ ਸੁਣਾਇਆ ਵੀ ਮੈਂ ਵੱਡਿਆਂ ਮਹਾਂਪੁਰਖਾਂ ਤੋਂ ਬਚਨ ਸੁਣਿਆ ਸੀ। ਮਹਾਂਪੁਰਖ ਕਿਹਾ ਕਰਦੇ ਸਨ, ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਇੰਨੀ ਕਿਰਪਾ ਹੋ ਗਈ ਹੈ, ਮਨ ਵਿੱਚ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦੇ ਹਾਂ ਤੇ ਫੁਰਨਾ ਕਰ ਲਈਏ ਵੀ ਅੱਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਹੈ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸਾਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੁੰਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਜਿੱਦਣ ਭਾਵਨਾ ਕਰਦੇ ਆਂ ਵੀ ਅੱਜ ਕਲਗੀਧਰ ਦੇ ਦਰਸ਼ਨ ਹੋਣ, ਉਹ ਦਿਨ ਕਲਗੀਧਰ ਦੇ ਦਰਸ਼ਨ ਹੁੰਦੇ ਨੇ। ਜਿੱਦਣ ਗੁਰੂ ਰਾਮਦਾਸ ਸਾਹਿਬ ਜੀ ਦੀ ਭਾਵਨਾ ਕਰੀਏ, ਉਹ ਦਿਨ ਗੁਰੂ ਰਾਮਦਾਸ ਸਾਹਿਬ ਜੀ ਦੇ ਦੀਦਾਰ ਹੁੰਦੇ ਨੇ। ਜਿੱਦਣ ਭਾਵਨਾ ਕਰੀਏ ਕਿ ਬਾਬਾ ਦੀਪ ਸਿੰਘ, ਬਾਬਾ ਨੌਧ ਸਿੰਘ, ਭਾਈ ਮਨੀ ਸਿੰਘ ਦੇ ਦਰਸ਼ਨ ਕਰਨੇ ਹੈ, ਤਾਂ ਗੁਰਾਂ ਦੀ ਹਜ਼ੂਰੀ ਵਿੱਚ ਬਰਛੇ ਪਕੜ ਕੇ ਖਲੋਤੇ ਹੁੰਦੇ ਨੇ। ਐਸੇ ਸ਼ਹੀਦੀ ਫੌਜਾਂ ਦੇ ਦੀਦਾਰ ਹੁੰਦੇ ਨੇ। ਸੋ ਗੁਰੂ ਖਾਲਸਾ ਜੀ ਇਹੋ ਜਿਹੇ ਪੰਜ ਪਿਆਰੇ ਸਨ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ 10 ਪਾਤਸ਼ਾਹੀਆਂ ਦਾ ਦੀਦਾਰ ਕਰਾ ਦਿੰਦੇ ਸਨ। ਤਾਂ ਬਾਬਾ ਸੁਦਾ ਸਿੰਘ ਸਾਹਿਬ ਜੀ ਆਪ ਜੀ ਪੰਜਾਂ ਪਿਆਰਿਆਂ ਵਿੱਚ ਲੱਗੇ ਤੇ ਅੰਮ੍ਰਿਤ ਦੀ ਦਾਤ ਦਿੱਤੀ, ਤੇ ਬਾਬਾ ਜੱਸਾ ਸਿੰਘ ਜੀ ਦਾ ਮਾਨੋ ਜਨਮ ਮਰਨ ਹੀ ਕੱਟ ਦਿੱਤਾ ਹੈ। ਮਾਨੋ ਭਵਜਲ ਤੋਂ ਉਹਨਾਂ ਨੂੰ ਪਾਰ ਲੰਘਾ ਦੇਣਾ ਕੀਤਾ ਹੈ। ਐਸੀ ਅਵਸਥਾ, ਐਸਾ ਅੰਦਰ ਨਾਮ ਸਿਮਰਨ ਬਾਬਾ ਸੁਦਾ ਸਿੰਘ ਜੀ ਨੇ ਅਰਦਾਸ ਕਰਕੇ ਚਲਾ ਦੇਣਾ ਕੀਤਾ। ਜੱਸਾ ਸਿੰਘ ਸਰਹਾਲੀ ਥੀਆ। ਧੰਨ ਬਾਬਾ ਜੱਸਾ ਸਿੰਘ ਜੀ ਜਿਹੜੇ ਸਰਹਾਲੀ ਦੇ ਵਾਸੀ ਹੋਏ ਹਨ। ਸੁਦਾ ਸਿੰਘ ਤੇ ਅੰਮ੍ਰਿਤ ਪੀਆ। ਇਸ ਤਰੀਕੇ ਦੇ ਨਾਲ ਉਹਨਾਂ ਨੇ ਬਾਬਾ ਸੁਦਾ ਸਿੰਘ ਜੀ ਜੋ ਮਿਸਲ ਸ਼ਹੀਦਾਂ ਤਰਨਾ ਦਲ ਦੇ ਦੂਸਰੇ ਜਰਨੈਲ ਹੋਏ ਨੇ, ਉਹਨਾਂ ਦੇ ਪਾਸੋਂ ਬਾਬਾ ਦੀਪ ਸਿੰਘ ਜੀ ਦੇ ਵੇਲੇ ਹੀ ਅੰਮ੍ਰਿਤ ਛਕਣਾ ਕੀਤਾ ਸੀ। ਭਰਤੀ ਹੋਇਓ ਪੰਥ ਕੇ ਮਾਹੇ। ਹਾਂ, ਗੁਰੂ ਕੇ ਪੰਥ ਖਾਲਸੇ ਦੇ ਵਿੱਚ ਭਰਤੀ ਹੋ ਗਏ। ਆਪਣੇ ਸਰੀਰ ਉੱਪਰ ਗੁਰੂ ਕਾ ਬਾਣਾ ਧਾਰਨ ਕੀਤਾ ਨੀਲੇ ਰੰਗ ਦਾ, ਗਲ ਵਿੱਚ ਖੰਡਾ ਤੇ ਹੱਥ ਵਿੱਚ ਬਰਸ਼ੀ ਅਤੇ ਉੱਚਾ ਦਮਾਲਾ ਬਾਬਾ ਜੱਸਾ ਸਿੰਘ ਜੀ ਨੇ ਝੁਲਾ ਲੈਣਾ ਕੀਤਾ। ਜਨਮ ਮਰਨ ਲੇਸ਼ ਹੈ ਨਾਹੇ। ਬਾਬਾ ਜੱਸਾ ਸਿੰਘ ਜੀ ਐਸੇ ਹਠੀ ਤਪੀ ਮਹਾਂਪੁਰਖ ਹੋਏ ਨੇ ਜਿਨ੍ਹਾਂ ਦੇ ਗੁਰੂ ਖਾਲਸਾ ਜੀ ਜਨਮ ਮਰਨ ਲੇਸ਼ ਮਾਤਰ ਵੀ ਨਹੀਂ ਸੀ। ਜਨਮ ਤੇ ਮਰਨ ਦਾ ਖਹਿੜਾ ਤੇ ਮੁਕਾ ਹੀ ਛੱਡਿਆ ਸੀ। ਜਿਹੜੇ ਨਾਮ ਜਪਦੇ ਆ ਨਾ, ਕਮਾਈ ਕਰਦੇ ਐ, ਉਹਨਾਂ ਦਾ ਜਨਮ ਮਰਨ ਮੁੱਕ ਜਾਂਦਾ ਏ। ਜੈਸੇ ਬਾਬਾ ਪਾਲਾ ਸਿੰਘ ਜੀ ਹੋਏ ਨੇ, ਗੁਰੂ ਖਾਲਸਾ ਜੀ ਉਹਨਾਂ ਮਹਾਂਪੁਰਖਾਂ ਦਾ ਜਨਮ ਮਰਨ ਕੱਟਿਆ ਗਿਆ ਸੀ। ਜੈਸੇ ਮਹਾਨ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਹੋਏ ਨੇ, ਮਹਾਂਪੁਰਖ ਬਾਬਾ ਕੀਰਤਨ ਸਿੰਘ ਜੀ ਤਰਨਾ ਦਲ ਮਿਸਲ ਸ਼ਹੀਦਾਂ ਦੇ 13ਵੇਂ ਜਥੇਦਾਰ। ਉਹਨਾਂ ਮਹਾਂਪੁਰਖਾਂ ਨੇ ਜਦੋਂ ਵੀ ਕੋਈ ਟਕਸਾਲ ਦਾ ਸਿੰਘ ਮਿਲਣਾ ਨਾ, ਕਹਿਣਾ ਤੁਹਾਨੂੰ ਤੇ ਰੱਬ ਮਿਲਿਆ ਏ, ਤੁਸੀਂ ਤੇ ਰੱਬ ਪਾ ਲਿਆ ਏ। ਬਾਬਾ ਠਾਕੁਰ ਸਿੰਘ ਜੀ ਰੱਬ ਨੇ। ਇੱਕ ਵਾਰੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦੀਆਂ ਚਰਨਾਂ ਕਮਲਾਂ ਵਿੱਚ ਬਾਬਾ ਠਾਕੁਰ ਸਿੰਘ ਜੀ ਨੇ ਅਰਦਾਸ ਕੀਤੀ, ਮਹਾਂਪੁਰਖੋ ਕਿਰਪਾ ਕਰਕੇ ਦੱਸੋ ਵੀ ਅੱਗੇ ਮੇਰਾ ਜਨਮ ਹੋਵੇਗਾ ਕਿ ਨਹੀਂ ਹੋਵੇਗਾ। ਤਾਂ ਮਹਾਂਪੁਰਖ ਕਹਿਣ ਲੱਗੇ, ਠਾਕੁਰ ਸਿਆ ਤੇਰਾ ਜਨਮ ਮਰਨ ਮੁੱਕ ਗਿਆ ਏ, ਤੇਰਾ ਹੁਣ ਜਨਮ ਮਰਨ ਕੋਈ ਨਹੀਂ ਹੈ, ਤੂੰ ਤੇ ਆਪਣੀ ਮਰਜ਼ੀ ਦੇ ਨਾਲ ਹੀ ਹੁਣ ਸੇਵਾ ਕਰਦਾ ਪਿਆ ਏ। ਫਿਰ ਜਦੋਂ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਦਾ ਅੰਤਲਾ ਸਮਾਂ ਆਇਆ ਤੇ ਕਹਿਣ ਲੱਗੇ, ਠਾਕੁਰ ਸਿਆ ਚੱਲ ਤੈਨੂੰ ਨਾਲ ਲੈ ਚੱਲੀਏ। ਕਹਿਣ ਲੱਗੇ ਸੋਚ ਕਰਕੇ, ਨਹੀਂ ਮਹਾਂਪੁਰਖੋ ਤੁਹਾਡੀ ਸੇਵਾ ਤੇ ਬਹੁਤ ਕਰ ਲਈ ਹੈ, ਹੁਣ ਮੇਰਾ ਜੀ ਕਰਦਾ ਏ ਵੀ ਗੁਰੂ ਕੇ ਸਿੰਘਾਂ ਦੀ ਸੇਵਾ ਕਰਾਂ ਰੱਜ ਰੱਜ ਕੇ। ਤਾਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਨੇ ਫਰਮਾਇਆ, ਚੰਗਾ ਫਿਰ ਜਦੋਂ ਮਨ ਰੱਜ ਜੂਗਾ ਨਾ ਸੇਵਾ ਕਰ ਕਰਕੇ, ਉਦੋਂ ਆ ਜੀ, ਸੱਚਖੰਡ ਵਿੱਚ ਤੇਰੀ ਉਡੀਕ ਕਰਾਂਗੇ। ਆਖੂ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰੀਕੇ ਦੇ ਨਾਲ ਜਿਹੜੇ ਜੰਗੀ ਜਰਨੈਲ ਹੋਏ ਨੇ ਜਾਂ ਗੁਰੂ ਖਾਲਸਾ ਜੀ ਹਠੀ ਤਪੀ ਸਿੰਘ ਹੋਏ ਨੇ, ਗੁਰੂ ਦੇ ਹੁਕਮ ਵਿੱਚ ਭਾਣੇ ਨੂੰ ਮੰਨਣ ਵਾਲੇ, ਨਾਮ ਜਪਣ ਵਾਲੇ ਤੇ ਪਰਉਪਕਾਰੀ ਹੋਏ ਨੇ, ਉਹਨਾਂ ਮਹਾਂਪੁਰਖਾਂ ਦਾ ਜਨਮ ਤੇ ਮਰਨ ਕੱਟਿਆ ਜਾਂਦਾ ਹੈ। ਉਹ ਆਪਣੀ ਮਰਜ਼ੀ ਦੇ ਨਾਲ ਹੀ ਪੰਥ ਦੀ ਸੇਵਾ ਕਰਦੇ ਨੇ, ਸੇਵਾ ਕਰਕੇ ਆਪਣੇ ਜਨਮ ਮਰਨ ਨੂੰ ਸਫਲਿਆ ਕਰਦੇ ਹਨ। ਕਰਮ ਸਿੰਘ ਹਿਸਟੋਰੀਅਨ ਲਿਖਿਓ। ਇੱਕ ਗੁਰੂ ਖਾਲਸਾ ਜੀ ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਹੋਏ ਨੇ। ਉਹਨਾਂ ਨੇ ਵਿਖੜੇ ਸਮੇਂ ਦੇ ਵਿੱਚ ਸਾਈਕਲ ਦੇ ਉੱਪਰ ਚੜ੍ਹ ਕਰਕੇ
ਪੂਰੇ ਪੰਜਾਬ ਦਾ ਤੇ ਪੰਜਾਬ ਤੋਂ ਬਾਹਰ ਵੀ ਰਟਨ ਕੀਤਾ। ਜਿੱਥੇ ਜਿੱਥੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸਕ ਅਸਥਾਨ ਸਨ ਜਾਂ ਜੰਗੀ ਜੋ ਲੜਾਈਆਂ ਹੋਈਆਂ ਨੇ, ਭਾਵੇਂ ਮਿਸਲਾਂ ਦੇ ਵੇਲੇ ਤੇ ਭਾਵੇਂ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਜਿਹੜੇ ਪੁਰਾਣੇ ਬਜ਼ੁਰਗ ਸਨ ਜਿਨ੍ਹਾਂ ਨੇ ਜੰਗਾਂ ਵਿੱਚ ਯੋਗਦਾਨ ਪਾਇਆ ਸੀ, ਜਿੱਥੇ ਜਿੱਥੇ ਵੀ ਉਹਨਾਂ ਦਾ ਪਿੰਡ, ਇਲਾਕਾ, ਨਗਰ, ਸ਼ਹਿਰ ਸੁਣਿਆ, ਕਰਮ ਸਿੰਘ ਹਿਸਟੋਰੀਅਨ ਨੇ ਉੱਥੇ ਪਹੁੰਚ ਕੀਤੀ। ਉਹਨਾਂ ਦੇ ਕੋਲੋਂ ਜਾ ਕਰਕੇ ਗੁਰੂ ਖਾਲਸਾ ਜੀ ਬਿਆਨ ਲਿਖੇ ਲਏ ਤੇ ਉਹਨਾਂ ਬਿਆਨਾਂ ਨੂੰ ਲਿਖਣਾ ਕੀਤਾ। ਲਿਖ ਕਰਕੇ ਤੇ ਉਹਨੇ ਗੁਰੂ ਖਾਲਸਾ ਜੀ ਪੰਥ ਦਾ ਇੱਕ ਸਾਹਿਤ, ਇੱਕ ਇਤਿਹਾਸ ਤਿਆਰ ਕੀਤਾ, ਜੋ ਅੱਜ ਵੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਕਰਮ ਸਿੰਘ ਹਿਸਟੋਰੀਅਨ ਦੀ ਖੋਜ ਦੇ ਨਾਮ ਉੱਪਰ 3 ਪੁਸਤਕਾਂ ਛਪਦੀਆਂ ਹਨ। ਕਰਮ ਸਿੰਘ ਹਿਸਟੋਰੀਅਨ ਸਰਹਾਲੀ ਵਿੱਚ ਵੀ ਗਿਆ ਸੀ ਤੇ ਉੱਥੋਂ ਦੇ ਗ੍ਰੰਥੀ ਸਿੰਘ ਬਾਪੂ ਜਗਤ ਸਿੰਘ ਜੀ ਹੋਏ ਨੇ। ਉਹਨਾਂ ਨੇ ਬਾਬਾ ਜੱਸਾ ਸਿੰਘ ਜੀ ਦਾ ਇਤਿਹਾਸ ਸੀਨੇ ਬਸੀਨੇ ਸੁਣਿਆ ਸੀ ਅਤੇ ਬਾਬਾ ਆਨੰਦ ਸਿੰਘ ਤੇ ਬਾਬਾ ਰਾਮ ਸਿੰਘ ਜੀ ਉਹਨਾਂ ਦੇ ਬਾਰੇ ਵੀ ਭਰਪੂਰ ਜਾਣਕਾਰੀ ਰੱਖਦੇ ਸਨ। ਉਹਨਾਂ ਦੇ ਕੋਲ ਜਾ ਕਰਕੇ ਜਦੋਂ ਕਰਮ ਸਿੰਘ ਹਿਸਟੋਰੀਅਨ ਨੇ ਗੁਰੂ ਖਾਲਸਾ ਜੀ ਇਹਨਾਂ ਜੰਗੀ ਜਰਨੈਲਾਂ ਬਾਰੇ ਪੁੱਛਿਆ ਤਾਂ ਜਿਹੜੀ ਜਾਣਕਾਰੀ ਬਾਪੂ ਜਗਤ ਸਿੰਘ ਜੀ ਨੇ ਦਿੱਤੀ ਉਹ ਕਰਮ ਸਿੰਘ ਹਿਸਟੋਰੀਅਨ ਨੇ ਲਿਖੀ ਹੈ ਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਅੱਜ ਵੀ ਛਪਦੀ ਹੈ। ਸੋ ਕਰਮ ਸਿੰਘ ਹਿਸਟੋਰੀਅਨ ਨੇ ਜੋ ਲਿਖਿਆ ਹੈ ਉਹ ਮੈਂ ਪੜ੍ਹਿਆ ਹੈ, ਉਹ ਗੁਰੂ ਖਾਲਸਾ ਜੀ ਮੈਂ ਤੁਹਾਡੇ ਸਾਹਮਣੇ ਰੱਖਦਾ ਹਾਂ। ਉੱਚਾ ਦਮਾਲਾ ਖੜਗ ਸੋ ਰਖਿਓ। ਬਾਬਾ ਜੱਸਾ ਸਿੰਘ ਜੀ ਉੱਚਾ ਦਮਾਲਾ ਰੱਖਦੇ ਸਨ ਤੇ ਗਲ ਦੇ ਵਿੱਚ ਗੁਰੂ ਖਾਲਸਾ ਜੀ ਵੱਡੀ ਤਲਵਾਰ ਪਹਿਨਿਆ ਕਰਦੇ ਸਨ। ਸਵਾ ਪਹਿਰ ਕਰੈ ਸੋ ਇਸ਼ਨਾਨ। ਹਾਂ, ਜਿਵੇਂ ਗੁਰੂ ਕੇ ਸਿੰਘਾਂ ਦੀ ਮਰਿਆਦਾ ਇਹ ਵੀ ਸਵਾ ਪਹਿਰ ਰਾਤ ਰਹਿੰਦਿਆਂ ਗੁਰੂ ਕੇ ਸਿੰਘ ਇਸ਼ਨਾਨ ਕਰ ਲਿਆ ਕਰਦੇ ਸਨ। ਗੁਰੂ ਖਾਲਸਾ ਜੀ ਇੱਕ ਪਹਿਰ 3 ਘੰਟਿਆਂ ਦਾ ਹੁੰਦਾ ਏ ਤੇ 6 ਵਜੇ ਦਿਨ ਚੜ੍ਹਦਾ ਏ ਤੇ 3 ਵਜੇ ਅੰਮ੍ਰਿਤ ਵੇਲੇ ਦੇ ਇੱਕ ਪਹਿਰ ਬਣਦਾ ਏ। ਸਵਾ ਪਹਿਰ ਹੋਰ ਲਾ ਲਓ, 2 ਵਜੇ ਦੇ ਨਾਲ ਬਾਬਾ ਜੱਸਾ ਸਿੰਘ ਜੀ ਇਸ਼ਨਾਨ ਕਰਿਆ ਕਰਦੇ ਸਨ। ਸ਼ਹੀਦੀ ਦੇਗਾਂ ਕਰੈ ਸੋ ਪਾਨ। ਹਾਂ, ਬਾਬਾ ਜੀ ਦੀ ਇਹ ਮਰਿਆਦਾ ਸੀ ਕਿ ਅੰਮ੍ਰਿਤ ਵੇਲੇ ਉੱਠਣਾ, ਉੱਠ ਕਰਕੇ ਇਸ਼ਨਾਨ ਕਰਨਾ, ਜਪਜੀ ਆਦਿਕ ਦਾ ਪਾਠ ਕਰਕੇ ਤੇ ਫਿਰ ਸਲੋਤਰ ਸੁਨਹਿਰਾ ਸਿੱਧਾ ਕਰ ਲੈਣਾ, ਨਾਲ ਨਾਲ ਗੁਰਬਾਣੀ ਪੜ੍ਹੀ ਜਾਣੀ ਤੇ ਨਾਲ ਨਾਲ ਸ਼ਹੀਦੀ ਦੇਗਾਂ ਤਿਆਰ ਕਰੀ ਜਾਣੀਆਂ। ਜਦੋਂ ਸਾਰਾ ਨਿਤਨੇਮ ਹੋ ਜਾਣਾ ਤੇ ਫਿਰ ਮਹਾਂਪੁਰਖਾਂ ਨੇ ਅਰਦਾਸਾਂ ਕਰਕੇ ਸ਼ਹੀਦਾਂ ਸਿੰਘਾਂ ਨੂੰ ਭੋਗ ਲਗਾ ਕਰਕੇ ਤੇ ਉਹ ਸ਼ਹੀਦੀ ਦੇਗਾਂ ਨੂੰ ਆਪ ਛਕ ਲੈਣਾ। ਐਸੀ ਇਹ ਮਹਾਂਪੁਰਖ ਬਾਬਾ ਜੱਸਾ ਸਿੰਘ ਜੀ ਦੀ ਨਿਤ ਦੀ ਮਰਿਆਦਾ ਸੀ। 5-10 ਗ੍ਰੰਥੀ ਕਰੈ ਸੋ ਪਾਠ। ਹਾਂ, ਕਰਮ ਸਿੰਘ ਹਿਸਟੋਰੀਅਨ ਨੇ ਲਿਖਿਆ ਏ ਕਿ ਮੈਂ ਬਾਪੂ ਜਗਤ ਸਿੰਘ ਤੋਂ ਸੁਣਿਆ ਸੀ ਕਿ ਬਾਬਾ ਜੱਸਾ ਸਿੰਘ ਜੀ 5 ਗ੍ਰੰਥੀ ਤੇ 10 ਗ੍ਰੰਥੀ ਦਾ ਪਾਠ ਕਰਿਆ ਕਰਦੇ ਸਨ। ਏਡੇ ਵੱਡੇ ਉਹ ਨਿਤਨੇਮੀ ਸਨ। ਗੁਰੂ ਖਾਲਸਾ ਜੀ 5 ਗ੍ਰੰਥੀ ਤੇ 10 ਗ੍ਰੰਥੀ ਬਾਬਾ ਜੱਸਾ ਸਿੰਘ ਜੀ ਨੂੰ ਯਾਦ ਹੀ ਸੀ। ਉਹ ਕੰਠੀ ਇਹਨਾਂ ਨਿਤਨੇਮ ਕਰਿਆ ਕਰਦੇ ਸਨ। ਗੁਰੂ ਖਾਲਸਾ ਜੀ ਇਹ ਪੁਰਾਣੇ ਗੁਰੂ ਕੇ ਸਿੰਘਾਂ ਦੀ ਮਰਿਆਦਾ ਸੀ। ਉਹ ਪੈਰ ਪੈਰ ਰਗੜਾ ਲਾਉਂਦੇ, ਨਾਲ ਕੰਠੀ ਗੁਰਬਾਣੀ ਪੜ੍ਹੀ ਜਾਂਦੇ ਤੇ ਜਦੋਂ ਗੁਰੂ ਖਾਲਸਾ ਜੀ ਨਿਤਨੇਮ ਪੂਰਾ ਹੋ ਜਾਂਦਾ ਤੇ ਨਾਲ ਆਪ ਸ਼ਹੀਦੀ ਦੇਗਾਂ ਨੂੰ ਛਕ ਲੈਂਦੇ ਤੇ ਗੋਲਾ ਚਲਾ ਦਿੰਦੇ। ਜੋ ਵੀ ਅਰਦਾਸਾ ਕਰਦੇ ਗੋਲਾ ਛੱਡਣ ਵੇਲੇ ਉਹ ਗੁਰੂ ਖਾਲਸਾ ਜੀ ਉਹਨਾਂ ਮਹਾਂਪੁਰਖਾਂ ਦਾ ਅਰਦਾਸਾ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਸੀ। ਕੰਠ ਕਰੈ ਪਾਪ ਜਾਵੈ ਨਾਠ। ਹਾਂ, ਮਹਾਂਪੁਰਖ ਬਾਬਾ ਜੱਸਾ ਸਿੰਘ ਜੀ ਕੰਠੀ ਪਾਠ ਕਰਦੇ ਹੁੰਦੇ ਸੀ। ਉਹਨਾਂ ਨੂੰ 5 ਗ੍ਰੰਥੀ ਵੀ ਚੇਤੇ ਸੀ ਤੇ 10 ਗ੍ਰੰਥੀ ਵੀ ਚੇਤੇ ਸੀ। ਜਿੱਥੇ ਉਹ ਮਹਾਂਪੁਰਖ ਨਿਤਨੇਮ ਕਰਿਆ ਕਰਦੇ ਸੀ ਚੌਂਕੜਾ ਲਾ ਕਰਕੇ, ਉਥੋਂ ਗੁਰੂ ਖਾਲਸਾ ਜੀ ਪਾਪ ਗੁਨਾਹ ਨੱਠ ਜਾਂਦੇ ਸਨ। ਤਪਾ ਸਿੰਘ ਨੈਣਾ ਸਿੰਘ ਭਏ। ਹਾਂ, ਜੰਗੀ ਜਰਨੈਲ ਗੁਰੂ ਕੇ ਪੰਥ ਖਾਲਸੇ ਵਿੱਚ ਬਾਬਾ ਨੈਣਾ ਸਿੰਘ ਜੀ ਤੇ ਬਾਬਾ ਤਪਾ ਸਿੰਘ ਜੀ ਹੋਏ ਹਨ।
ਬਾਬਾ ਨੈਣਾ ਸਿੰਘ ਜੀ 96 ਕਰੋੜੀ ਮਹਾਂਪੁਰਖ ਹੋਏ ਨੇ, ਜਿਨ੍ਹਾਂ ਨੇ ਗੁਰੂ ਕੇ ਪੰਥ ਖਾਲਸੇ ਦੀ ਮਹਾਨ ਸੇਵਾ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਬੈਠ ਕਰਕੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ। ਉੱਥੇ ਹੀ ਗੁਰੂ ਕੇ ਪੰਥ ਖਾਲਸੇ ਦੀ ਯੋਗ ਅਗਵਾਈ ਵੀ ਕਰਦੇ ਰਹੇ। ਈਸਰ ਸਿੰਘ ਜੰਗ ਬਹੁ ਕਏ। ਹਾਂ, ਤੀਜੇ ਮਹਾਂਪੁਰਖ ਹੋਏ ਨੇ ਬਾਬਾ ਈਸ਼ਰ ਸਿੰਘ ਜੀ। ਗੁਰੂ ਖਾਲਸਾ ਜੀ ਇਹ ਤਿੰਨੇ ਗੁਰੂ ਭਾਈ ਸਨ। ਇਹਨਾਂ ਤਿੰਨਾਂ ਹੀ ਮਹਾਂਪੁਰਖਾਂ ਨੇ ਬਹੁਤੇ ਜੰਗ ਕਰਨਾ ਕੀਤੇ। ਧਰਮ ਯੁੱਧ ਕਰਕੇ ਕਲਗੀਧਰ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਕੀਤੀਆਂ। ਤੀਨੋਂ ਦੀਪ ਸਿੰਘ ਕੇ ਸ਼ੇਸ਼। ਹਾਂ, ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਸ ਤਲਵੰਡੀ ਸਾਬੋ ਕੀ ਰਹਿੰਦੇ ਸਨ। ਉੱਥੇ ਰਹਿ ਕਰਕੇ ਗੁਰਬਾਣੀ ਪੜ੍ਹਦੇ ਸਨ। ਬਾਬਾ ਜੀ ਦੇ ਪਾਸੋਂ ਗੁਰਸਿੱਖੀ ਦਾ ਦਾਨ ਪ੍ਰਾਪਤ ਕਰਦੇ ਸਨ। ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਗ੍ਰੰਥ ਵਿੱਚ ਲਿਖਿਆ ਹੈ, ਬਾਬਾ ਨੈਣਾ ਸਿੰਘ ਜੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਰਤਨ ਹੋਏ ਹਨ, ਜਿਨ੍ਹਾਂ ਨੇ ਬਾਅਦ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਯੋਗ ਅਗਵਾਈ ਕੀਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕਰਕੇ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਕੀਤਾ। ਐਸੇ ਮਹਾਨ ਤਿੰਨੋਂ ਹੀ ਸਰਦਾਰ ਗੁਰ ਭਾਈ ਸਨ, ਸੁਨਹਿਰੀਏ ਭਾਈ ਸਨ। ਇੱਕ ਹੀ ਸੁਨਹਿਰੇ ਵਿੱਚ ਰਗੜਾ ਲਾਉਂਦੇ ਤੇ ਛਕਦੇ ਅਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਤਿੰਨੋਂ ਹੀ ਸਤਿਕਾਰਯੋਗ ਸ਼ਿਸ਼ ਹੋਏ ਹਨ। ਧਰਮ ਬਿਨਾ ਨਾਹੀ ਕੋ ਇੱਛ। ਹਾਂ, ਇਹਨਾਂ ਤਿੰਨਾਂ ਮਹਾਂਪੁਰਖਾਂ ਨੂੰ ਕੋਈ ਹੋਰ ਇੱਛਾ ਨਹੀਂ ਸੀ। ਇੱਕੋ ਹੀ ਇੱਛਾ ਸੀ ਵੀ ਅਸਾਂ ਨੇ ਧਰਮ ਯੁੱਧ ਕਰਨੇ ਹੈ। ਧਰਮ ਯੁੱਧ ਕਰਕੇ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਪ੍ਰਾਪਤ ਕਰਨੀ ਹੈ ਅਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਨੈਣਾ ਸਿੰਘ ਪੰਥ ਸਰਦਾਰ। ਬਾਬਾ ਨੈਣਾ ਸਿੰਘ ਜੀ ਪੰਥ ਦੇ ਸਰਦਾਰ ਹੋਏ ਨੇ, 96 ਕਰੋੜੀ ਜਥੇਦਾਰ ਹੋਏ ਹਨ। ਤਪਾ ਸਿੰਘ ਪੀ ਭਏ ਜਥੇਦਾਰ। ਬਾਬਾ ਤਪਾ ਸਿੰਘ ਜੀ ਪੰਥ ਦੇ ਮੀਤ ਜਥੇਦਾਰ ਹੋਏ ਹਨ। ਗੁਰੂ ਖਾਲਸਾ ਸਾਧ ਸੰਗਤ ਜੀ, ਇਹਨਾਂ ਦੋਨਾਂ ਮਹਾਂਪੁਰਖਾਂ ਦਾ ਤਪੋ ਭੂਮੀ ਅਸਥਾਨ ਸ੍ਰੀ ਤਰਨ ਤਾਰਨ ਸਾਹਿਬ ਜਾਈਏ ਨਾ ਮੱਸਿਆ ਦੇ ਉੱਪਰ, ਤੇ ਪ੍ਰਕਰਮਾਂ ਦੇ ਵਿੱਚ ਗੁਰਧਾਮ ਬਣਿਆ ਹੋਇਆ ਏ। ਇਹਨਾਂ ਦਾ ਬੁੰਗਾ ਬਣਿਆ ਹੋਇਆ ਏ। ਉੱਥੇ ਬਾਬਾ ਨੈਣਾ ਸਿੰਘ ਜੀ ਦਾ ਨਾਮ ਲਿਖਿਆ ਹੋਇਆ ਏ, ਜਿੱਥੇ ਬੈਠ ਕਰਕੇ ਪੰਥ ਦੇ ਫੈਸਲੇ ਕਰਦੇ ਰਹੇ ਔਰ ਮੱਸਿਆ ਆਦਿਕ ਦਾ ਪੁਰਬ ਵੀ ਮਨਾਉਂਦੇ ਰਹੇ। ਈਸਰ ਸਿੰਘ ਕਾ ਫੂਲਾ ਸਿਉ ਸੁੱਤ। ਹਾਂ, ਤੀਜੇ ਬਾਬਾ ਈਸ਼ਰ ਸਿੰਘ ਜੀ ਹੋਏ ਨੇ। ਤਿਨਾਂ ਦਾ ਸੁਪੁੱਤਰ ਹੋਇਆ ਇਹ ਬਾਬਾ ਫੂਲਾ ਸਿੰਘ। ਗੁਰੂ ਖਾਲਸਾ ਜੀ, ਬਾਬਾ ਨੈਣਾ ਸਿੰਘ ਜੀ, ਬਾਬਾ ਤਪਾ ਸਿੰਘ ਜੀ ਤੇ ਬਾਬਾ ਈਸ਼ਰ ਸਿੰਘ ਜੀ ਜਦੋਂ ਵੱਡਾ ਘੱਲੂਘਾਰਾ ਹੋਇਆ ਹੈ ਕੋਪਰੀੜੇ ਦੇ ਮੈਦਾਨ ਦੇ ਵਿੱਚ, ਤਾਂ ਇਹ ਤਿੰਨੋਂ ਹੀ ਮਹਾਂਪੁਰਖ ਜੰਗ ਦੇ ਮੈਦਾਨ ਵਿੱਚ ਪਹੁੰਚੇ ਸਨ। ਜੂਝਦੇ ਬਾਬਾ ਈਸ਼ਰ ਸਿੰਘ ਜੀ ਸੱਚਖੰਡ ਨੂੰ ਪਿਆਨਾ ਕਰ ਗਏ। ਜਦੋਂ ਬਾਬਾ ਈਸ਼ਰ ਸਿੰਘ ਜੀ ਦਾ ਆਖਰੀ ਸਮਾਂ ਆਇਆ ਤਾਂ ਉਸ ਵਕਤ ਬਾਬਾ ਈਸ਼ਰ ਸਿੰਘ ਜੀ ਬਾਬਾ ਤਪਾ ਸਿੰਘ ਜੀ ਨੂੰ ਕੋਲ ਬੁਲਾ ਕੇ ਕਹਿਣ ਲੱਗੇ, ਤਪਾ ਸਿੰਘ ਜੀ, ਆਪਾਂ ਦੋਵੇਂ ਗੁਰੂ ਭਾਈ ਹਾਂ। ਮੈਂ ਹੁਣ ਫਾਨੀ ਸੰਸਾਰ ਨੂੰ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਕਮਲਾਂ ਵਿੱਚ ਜਾ ਰਿਹਾ ਹਾਂ। ਇਹ ਜੋ ਫੂਲਾ ਸਿੰਘ ਛੋਟਾ ਜਿਹਾ ਪੁੱਤਰ ਹੈ, ਇਹਦੀ ਜ਼ਿੰਮੇਵਾਰੀ ਤੁਹਾਡੀ ਹੈ। ਇਹ ਹੁਣ ਤੁਹਾਡਾ ਪੁੱਤਰ ਹੈ, ਤੁਸਾਂ ਨੇ ਬਾਪ ਬਣ ਕਰਕੇ ਇਹਨਾਂ ਦੀ ਪਰਵਰਿਸ਼ ਕਰਨੀ ਹੈ, ਆਪਣੇ ਚਰਨਾਂ ਕਮਲਾਂ ਵਿੱਚ ਰੱਖਣਾ ਹੈ ਤੇ ਗੁਰਸਿੱਖੀ ਦੇ ਸਾਰੇ ਹੀ ਦਾ, ਗੁਰਸਿੱਖੀ ਦੀ ਮਰਜ਼ਾਦਾ, ਜੰਗ ਦੇ ਦਾ ਇਹਨਾਂ ਨੂੰ ਦੱਸਣੇ ਨੇ ਅਤੇ ਐਸਾ ਇਹਨਾਂ ਨੂੰ ਘੜਨਾ ਹੈ ਕਿ ਇਹ ਪੰਥ ਦੀ ਸੇਵਾ ਕਰਨ। ਬਾਬਾ ਤਪਾ ਸਿੰਘ ਜੀ, ਉਹਨਾਂ ਦੇ ਨੇਤਰਾਂ ਵਿੱਚ ਪਾਣੀ ਆ ਗਿਆ ਤੇ ਹੱਥ ਜੋੜ ਕੇ ਕਹਿਣ ਲੱਗੇ, ਈਸ਼ਰ ਸਿਆਂ ਤੂੰ ਵੱਡਾ ਮੇਰਾ ਭਰਾ ਏ, ਜਿਵੇਂ ਤੂੰ ਕਹਿਣਾ ਏ ਉਸੇ ਤਰੀਕੇ ਨਾਲ ਹੀ ਹੋਵੇਗਾ। ਤੇ ਕਾਲੀ ਫੂਲਾ ਸਿੰਘ ਜੀ ਨੂੰ ਬਾਬਾ ਤਪਾ ਸਿੰਘ ਜੀ ਨੇ ਗੋਦ ਲੈ ਲਿਆ ਸੀ। ਕਹੀ ਨਾ ਜਾਏ ਜਿਸੇ ਕੀ ਨੁੱਤ, ਐਸੇ ਮਹਾਨ ਫਿਰ ਜੰਗੀ ਜਰਨੈਲ ਹੋਏ ਗੁਰੂ ਖਾਲਸਾ ਜੀ ਅਕਾਲੀ ਫੂਲਾ ਸਿੰਘ ਜੀ, ਜਿਨ੍ਹਾਂ ਦੀ ਵਡਿਆਈ ਕਹੀ ਨਹੀਂ ਜਾਂਦੀ।
ਜਿਨ੍ਹਾਂ ਦੀ ਵਡਿਆਈ ਕਹਿਣ ਸੁਣਨ ਤੋਂ ਬਾਰੀ ਹੈ। ਭਇਓ ਅਕਾਲ ਤਖਤ ਜਥੇਦਾਰ। ਅਕਾਲੀ ਫੂਲਾ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਹਨ। ਉਹਨਾਂ ਨੇ ਗੁਰੂ ਖਾਲਸਾ ਜੀ ਸ੍ਰੀ ਅਕਾਲ ਤਖਤ ਸਾਹਿਬ ਦਾ ਇਹੋ ਜਿਹਾ ਪ੍ਰਬੰਧ ਚਲਾਇਆ, ਅੱਜ ਸਾਰੀ ਦੁਨੀਆ ਯਾਦ ਕਰਦੀ ਹੈ ਵੀ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਹੋਇਆ ਸੀ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਾਣਿਆਂ ਕਿਹਾ, ਇਮਲੀ ਦੇ ਰੁੱਖ ਨਾਲ ਬੰਨ੍ਹ ਕਰਕੇ ਕੋਰੜੇ ਮਾਰੇ ਅਤੇ ਧਾਰਮਿਕ ਸਜ਼ਾ ਸੁਣਾਈ ਸੀ, ਅਤੇ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਮਹਾਰਾਜਾ ਰਣਜੀਤ ਸਿੰਘ ਦੇ ਕੰਨ ਖਿੱਚੇ ਸਨ। ਐਸੇ ਜੰਗੀ ਜਰਨੈਲ ਅਕਾਲੀ ਫੂਲਾ ਸਿੰਘ ਜੀ ਜੋ ਹੋਏ ਹਨ। ਦਲ ਬੁੱਢੇ ਕੋ ਭੀ ਸਰਦਾਰ। ਅਕਾਲੀ ਫੂਲਾ ਸਿੰਘ ਜੀ ਸ੍ਰੀ ਅਕਾਲ ਤਖਤ ਦੇ ਵੀ ਜਥੇਦਾਰ ਸੀ ਤੇ ਬੁੱਢੇ ਦਲ ਦੇ ਵੀ ਜਥੇਦਾਰ ਸੀ, ਕਿਉਂਕਿ ਗੁਰੂ ਖਾਲਸਾ ਜੀ ਇਹ ਪੁਰਾਣੀ ਮਰਜ਼ਾਦਾ ਸੀ ਕਿ ਜਿਹੜਾ ਬੁੱਢੇ ਦਲ ਦਾ ਜਥੇਦਾਰ ਹੁੰਦਾ ਸੀ ਉਹੀ ਸ੍ਰੀ ਅਕਾਲ ਤਖਤ ਦਾ ਜਥੇਦਾਰ ਹੁੰਦਾ ਸੀ। ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੁੰਦਾ ਸੀ ਉਹੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੀ ਕਮਾਨ ਸੰਭਾਲਦਾ ਸੀ। ਅਕਾਲ ਤਖਤ ਕਰ ਅਕਾਲੀ ਕਹਿਤ। ਹਾਂ, ਅਕਾਲੀ ਫੂਲਾ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ, ਇਸ ਲਈ ਉਹਨਾਂ ਨੂੰ ਸਾਰੇ ਅਕਾਲੀ ਕਹਿੰਦੇ ਸਨ। ਗੁਰੂ ਖਾਲਸਾ ਜੀ ਆਮ ਨਿਹੰਗ ਸਿੰਘਾਂ ਦਾ ਲਕਬ ਹੈ ਅਕਾਲੀ ਫੌਜ। ਅਕਾਲੀ ਫੌਜ ਨਿਹੰਗ ਸਿੰਘਾਂ ਨੂੰ ਕਹਿੰਦੇ ਨੇ। ਇਹਦੇ ਤਿੰਨ ਕਾਰਨ ਮੇਰੇ ਅਨੁਭਵ ਵਿੱਚ ਆਏ ਨੇ। ਇੱਕ ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਨੇ ਲਿਖਿਆ, ਇਹ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। ਗੁਰੂ ਕਾ ਖਾਲਸਾ ਅਕਾਲ ਪੁਰਖ ਪਰਮੇਸ਼ਰ ਦੀ ਫੌਜ ਹੈ। ਅਕਾਲ ਪੁਰਖ ਦੀ ਫੌਜ ਹੋਣੇ ਕਰਕੇ ਨਿਹੰਗ ਸਿੰਘਾਂ ਨੂੰ ਅਕਾਲੀ ਕਹਿ ਦਿੰਦੇ ਨੇ। ਦੂਜਾ, ਗੁਰੂ ਖਾਲਸਾ ਜੀ ਨਿਹੰਗ ਸਿੰਘ ਅਕਾਲ ਅਕਾਲ ਕਰਦੇ ਫਿਰਦੇ ਨੇ। ਜਦੋਂ ਵੀ ਇਹ ਜਕਾਰਾ ਲਾਉਂਦੇ ਨੇ ਅਕਾਲ ਕਹਿੰਦੇ ਨੇ। ਜਿਹੜੇ ਪੁਰਾਣੇ ਨਿਹੰਗ ਸਿੰਘ ਨੇ, ਆਪਾਂ ਦੇ ਹੈਲੋ ਆਏ ਕਹਿੰਦੇ ਆ ਫੋਨ ਉੱਪਰ, ਉਹ ਜਦੋਂ ਫੋਨ ਚੁੱਕਦੇ ਨੇ ਕਹਿੰਦੇ ਅਕਾਲ। ਇੱਕ ਦੂਜੇ ਨੂੰ ਵੇਖਦੇ ਨੇ, ਫਤਿਹ ਪਿੱਛੋਂ ਗਜਾਉਂਦੇ ਨੇ, ਪਹਿਲਾਂ ਅਕਾਲ ਅਕਾਲ ਦੇ ਨਾਅਰੇ ਲਾਉਂਦੇ ਨੇ, ਇਸ ਲਈ ਇਹਨਾਂ ਨੂੰ ਅਕਾਲੀ ਕਹਿੰਦੇ ਨੇ। ਤੀਜਾ, ਗੁਰੂ ਖਾਲਸਾ ਜੀ ਨਿਹੰਗ ਸਿੰਘਾਂ ਦਾ ਸਬੰਧ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਰਿਹਾ ਹੈ। ਇਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹੇ ਨੇ। ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਰ ਝੁਕਾਉਂਦੇ ਨੇ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹਰੇਕ ਹੁਕਮ ਸਿਰ ਮੱਥੇ ਮੰਨਦੇ ਨੇ। ਇਸ ਲਈ ਗੁਰੂ ਖਾਲਸਾ ਜੀ ਇਹਨਾਂ ਨੂੰ ਅਕਾਲੀ ਕਹਿੰਦੇ ਨੇ। ਅਕਾਲੀ ਫੂਲਾ ਸਿੰਘ ਜੀ ਅਕਾਲ ਤਖਤ ਤੇ ਬੈਠੇ ਸਨ, ਇਸ ਕਰਕੇ ਇਹਨਾਂ ਨੂੰ ਅਕਾਲੀ ਕਹਿੰਦੇ ਸਨ। ਰਹਿਤ ਬਹਿਤ ਕਰ ਸਾਧ ਸੋ ਰਹਿਤ। ਗੁਰੂ ਦੀ ਦੱਸੀ ਹੋਈ ਰਹਿਣੀ ਬਹਿਣੀ ਵਿੱਚ ਸਦਾ ਹੀ ਇਹ ਰਹਿੰਦੇ ਸਨ। ਕਦੇ ਗੁਰਸਿੱਖੀ ਦੀ ਮਰਜ਼ਾਦਾ ਰਹਿਣੀ ਬਹਿਣੀ ਤੋਂ ਢਿੱਲ ਨਹੀਂ ਸੀ ਪਾਉਂਦੇ। ਸੋਥਾ ਜੱਸਾ ਸਿੰਘ ਕਾ ਚੇਲਾ। ਬਾਬਾ ਜੱਸਾ ਸਿੰਘ ਜੀ ਜੋ ਜੰਗੀ ਜਰਨੈਲ ਹੋਏ ਨੇ, ਜਿਨ੍ਹਾਂ ਨੇ ਗੁਰੂ ਖਾਲਸਾ ਜੀ ਤਰਨੇ ਦਲ ਦੀ ਯੋਗ ਅਗਵਾਈ ਵੀ ਕੀਤੀ ਹੈ। ਬਾਬਾ ਸੁਦਾ ਸਿੰਘ ਜੀ ਦੇ ਪਾਸੋਂ ਅੰਮ੍ਰਿਤ ਪਾਨ ਕੀਤਾ ਸੀ ਤੇ ਬਾਬਾ ਉਦੇ ਸਿੰਘ ਦੇ ਸਾਖਸ਼ਾਤ ਅਵਤਾਰ ਸਨ। ਪੰਥ ਦੇ ਵਿੱਚ ਅਕਾਲੀ ਫੂਲਾ ਸਿੰਘ ਜੀ ਬਾਬਾ ਜੱਸਾ ਸਿੰਘ ਜੀ ਦੇ ਚੇਲੇ ਹੋਏ ਹਨ, ਕਿਉਂਕਿ ਗੁਰੂ ਖਾਲਸਾ ਜੀ, ਅਕਾਲੀ ਨੈਣਾ ਸਿੰਘ ਜੀ ਤੇ ਅਕਾਲੀ ਤਪਾ ਸਿੰਘ ਜੀ ਉਮਰ ਕਰਕੇ ਵੱਡੇ ਸਨ। ਬਾਬਾ ਜੱਸਾ ਸਿੰਘ ਜੀ ਉਮਰ ਕਰਕੇ ਕੁਝ ਛੋਟੇ ਸਨ, ਨੌਜਵਾਨ ਸਿਆਣੇ ਸਨ, ਤੇ ਅਕਾਲੀ ਫੂਲਾ ਸਿੰਘ ਜੀ ਉਮਰ ਕਰਕੇ ਛੋਟੇ ਜਿਹੇ ਸਨ। ਪੰਥ ਦੇ ਵਿੱਚ ਇਹਨਾਂ ਦੋਨਾਂ ਦਾ ਆਪਸ ਵਿੱਚ ਬੜਾ ਮੇਲ ਬਣ ਗਿਆ ਸੀ, ਬੜੀ ਜੋਟੀ ਸੀ। ਇਕੱਠੇ ਮਿਲ ਕਰਕੇ ਬੈਠਦੇ ਸਨ, ਇਕੱਠੇ ਭੋਜਨ ਛਕਦੇ ਸਨ, ਗੱਪੇ ਲਾਉਂਦੇ ਸਨ, ਸ਼ਹੀਦੀ ਦੇਗਾਂ ਛਕਦੇ ਸਨ, ਨਾਮ ਜਪਦੇ ਨਿਤਨੇਮ ਕਰਦੇ ਸਨ। ਇਸ ਲਈ ਬਾਬਾ ਜੱਸਾ ਸਿੰਘ ਜੀ ਦਾ ਚੇਲਾ ਅਕਾਲੀ ਫੂਲਾ ਸਿੰਘ ਸਾਹਿਬ ਜੀ ਨੂੰ ਕਿਹਾ ਕਰਦੇ ਸਨ, ਐਸਾ ਥਾ ਦੋਨੋਂ ਕਾ ਮੇਲਾ। ਹਾਂ, ਐਸਾ ਇਹਨਾਂ ਦੋਨਾਂ ਦਾ ਮੇਲਾ ਸੀ। ਕੈਸਾ ਮੇਲਾ ਸੀ?
ਉਹ ਅੱਗੇ ਲਿਖਿਆ ਹੈ। ਏਕ ਦੂਜ ਕੋ ਚੇਲਾ ਕਹਿਤ, ਅਕਾਲੀ ਫੂਲਾ ਸਿੰਘ ਜੀ ਬਾਬਾ ਜੱਸਾ ਸਿੰਘ ਜੀ ਨੂੰ ਕਹਿੰਦੇ ਵੀ ਮੈਂ ਤੁਹਾਡਾ ਚੇਲਾ ਹਾਂ, ਤੇ ਬਾਬਾ ਜੱਸਾ ਸਿੰਘ ਜੀ ਨੇ ਕਹਿਣਾ ਵੀ ਤੁਹਾਡੇ ਪਿਤਾ ਜੀ ਬਾਬਾ ਈਸ਼ਰ ਸਿੰਘ ਜੀ, ਬਾਬਾ ਤਬਾ ਸਿੰਘ ਜੀ, ਬਾਬਾ ਨੈਣਾ ਸਿੰਘ ਜੀ, ਉਹ ਬੜੇ ਪੁਰਾਣੇ ਹਠੀ ਜਪੀ ਤਪੀ ਗੁਰੂ ਕੇ ਸਿੱਖ ਹੋਏ ਨੇ, ਉਹ ਵੱਡੇ ਨੇ, ਉਹਨਾਂ ਦੇ ਖਾਨਦਾਨ, ਤੁਸੀਂ ਖਾਨਦਾਨੀ ਸਿੰਘ ਹੋ, ਉਹਨਾਂ ਦੀ ਵੰਸ਼ ਵਿੱਚੋਂ ਹੋ, ਇਸ ਵਾਸਤੇ ਤੁਸੀਂ ਵੱਡੇ ਹੋ ਤੇ ਮੈਂ ਤੁਹਾਡਾ ਚੇਲਾ ਹਾਂ। ਇੱਕ ਦੂਜੇ ਨੂੰ ਚੇਲਾ ਕਿਹਾ ਕਰਦੇ ਸਨ, ਇੱਕ ਦੂਜੇ ਨੂੰ ਆਪਣਾ ਗੁਰੂ ਮੰਨਿਆ ਕਰਦੇ ਸਨ। ਭੇਦ ਭਾਵ ਨਾ ਸੋ ਬਹੁ ਲਹਤ, ਹਾਂ, ਉਹ ਆਪਣੇ ਆਪ ਵਿੱਚ ਕੋਈ ਭੇਦ ਭਾਵ ਨਹੀਂ ਸੀ ਰੱਖਿਆ ਕਰਦੇ ਵੀ ਮੈਂ ਗੁਰੂ ਐ ਤੇ ਦੂਜਾ ਚੇਲਾ ਏ, ਇੱਕ ਦੂਜੇ ਨੂੰ ਬਰਾਬਰ ਹੀ ਜਾਣਦੇ ਸਨ। ਏਕ ਅਚਰਜ ਕੀ ਕਹੋਂ ਬਾਤ, ਗੁਰੂ ਖਾਲਸਾ ਜੀ ਮੈਂ ਪੁਰਾਣਿਆਂ ਦੇ ਕੋਲੋਂ ਗੱਲ ਸੁਣੀ ਹੈ, ਉਹ ਇੱਕ ਅਚਰਜਤਾ ਦੀ ਗੱਲ ਮੈਂ ਤੁਹਾਡੇ ਤਾਈਂ ਕਹਿਣਾ ਹਾਂ, ਆਪ ਜੀ ਕੰਨ ਦੇ ਕਰਕੇ ਸੁਣਨਾ ਕਰੋ। ਸੂਰਤ ਏਕ ਸੀ ਐਸਾ ਨਾਤ, ਅਕਾਲੀ ਫੂਲਾ ਸਿੰਘ ਤੇ ਬਾਬਾ ਜੱਸਾ ਸਿੰਘ ਜੀ, ਇਹਨਾਂ ਦੋਨਾਂ ਦੀ ਸੂਰਤ ਇੱਕੋ ਜੀ ਸੀ। ਇਹ ਨਹੀਂ ਸੀ ਕੋਈ ਪਛਾਣ ਸਕਦਾ ਵੀ ਇਹ ਅਕਾਲੀ ਫੂਲਾ ਸਿੰਘ ਹੈ ਜਾਂ ਇਹ ਬਾਬਾ ਜੱਸਾ ਸਿੰਘ ਹੈ। ਦੋਨਾਂ ਦਾ ਰੂਪ ਮਹਾਂਦਰਾ ਇੱਕੋ ਜਿਹਾ ਸੀ, ਇੱਕੋ ਜਿਹੇ ਉੱਚੇ ਉੱਚੇ ਦਮਾਲੇ ਪਹਿਨਦੇ ਸਨ, ਬੰਨਿਆ ਕਰਦੇ ਸਨ, ਸਜਾਇਆ ਕਰਦੇ ਸਨ, ਇੱਕੋ ਜਿਹੇ ਚੋਲੇ, ਇੱਕੋ ਜਿਹੀਆਂ ਤਲਵਾਰਾਂ ਤੇ ਇੱਕੋ ਜਿਹੇ ਹੱਥ ਵਿੱਚ ਬਰਸ਼ੇ ਪਕੜਿਆ ਕਰਦੇ ਸਨ। ਗੁਰਮੁਖੀ ਅਖਰ ਜੇਤੇ ਭਾਈ, ਹਾਂ, ਜਿੰਨੇ ਵੀ ਗੁਰਮੁਖੀ ਅੱਖਰ ਨੇ, ਊੜੇ ਤੋਂ ਲੈ ਕੜ ਕੇ ਰਾੜੇ ਤੱਕ 35 ਅੱਖਰ, ਅਤੇ ਫਿਰ ਪੈਰ ਮਿੰਦੀਆਂ ਵਾਲੇ, ਫਿਰ ਲਗਾ ਮਾਤਰਾ, ਫਿਰ ਅੱਧੇ ਅੱਖਰ ਪੈਰਾਂ ਵਿੱਚ ਲੱਗਣ ਵਾਲੇ ਅੱਖਰ, ਜਿੰਨਾ ਵੀ ਇਹ ਗੁਰਮੁਖੀ ਲਿਪੀ ਦਾ ਗਿਆਨ ਹੈ। ਗੁਰਬਾਣੀ ਸਤਿਗੁਰ ਵਡਿਆਈ, ਅਤੇ ਸਤਿਗੁਰੂ ਸਾਹਿਬ ਜੀ ਦੀ ਵਡਿਆਈ ਗੁਰਬਾਣੀ ਵਿੱਚ ਕੀਤੀ ਹੈ। ਸੋ ਜਿੰਨੀ ਵੀ ਸਤਿਗੁਰਾਂ ਦੀ ਵਡਿਆਈ ਨਾਲ ਭਰੀ ਹੋਈ ਆ ਦਸਮ ਦੀ ਗੁਰਬਾਣੀ ਹੈ। ਰਾਜਸੀ ਪਖ ਕੋ ਜਿਤਨੋ ਗਿਆਨ, ਜਿੰਨਾ ਰਾਜਸੀ ਪੱਖ ਦਾ ਗਿਆਨ ਹੈ ਵੀ ਕਿਵੇਂ ਗੁਰੂ ਕੇ ਖਾਲਸੇ ਨੇ ਰਾਜ ਕਰਨਾ ਹੈ, ਕਿਵੇਂ ਧੀ ਭੈਣ ਦੀ ਇੱਜ਼ਤ ਦੇ ਰਖਵਾਲੇ ਬਣਨਾ ਹੈ, ਕਿਵੇਂ ਗਊ ਗਰੀਬ ਦੀ ਰੱਖਿਆ ਕਰਨੀ ਹੈ ਤੇ ਧਰਮ ਦਾ ਰਾਜ ਚਲਾਉਣਾ ਹੈ। ਦਇਓ ਫੂਲਾ ਸਿੰਘ ਕੋ ਦਾਨ, ਬਾਬਾ ਜੱਸਾ ਸਿੰਘ ਜੀ ਨੇ ਸਾਰਾ ਹੀ ਅਕਾਲੀ ਫੂਲਾ ਸਿੰਘ ਜੀ ਨੂੰ ਇਹ ਦਾਨ ਦੇਣਾ ਕੀਤਾ। ਭਾਵੇਂ ਗੁਰਮੁਖੀ ਅੱਖਰਾਂ ਦਾ ਗਿਆਨ ਸੀ, ਭਾਵੇਂ ਗੁਰਬਾਣੀ ਦੀ ਸੰਥਿਆ, ਗੁਰਬਾਣੀ ਦੇ ਅਰਥ, ਤੇ ਭਾਵੇਂ ਰਾਜਸੀ ਪੱਖ ਦਾ ਜਿੰਨਾ ਵੀ ਗਿਆਨ ਸੀ, ਅਕਾਲੀ ਫੂਲਾ ਸਿੰਘ ਜੀ ਨੇ ਬਾਬਾ ਜੱਸਾ ਸਿੰਘ ਜੀ ਦੇ ਪਾਸੋਂ ਸਿੱਖਣਾ ਕੀਤਾ ਸੀ। ਤਾਹੇ ਐਸਾ ਭਇਓ ਪ੍ਰਤਾਪ, ਗੁਰੂ ਖਾਲਸਾ ਜੀ ਤਾਂ ਹੀ ਅਕਾਲੀ ਫੂਲਾ ਸਿੰਘ ਜੀ ਦਾ ਪੰਥ ਵਿੱਚ ਐਸਾ ਵੱਡਾ ਪ੍ਰਤਾਪ ਹੋਇਆ। ਵੱਡੇ ਪ੍ਰਤਾਪੀ ਬਣ ਕਰਕੇ ਤਾਂ ਹੀ ਅਕਾਲੀ ਫੂਲਾ ਸਿੰਘ ਜੀ ਨੇ ਸੇਵਾ ਕਰਨਾ ਕੀਤੀ। ਫੂਲਾ ਸਿੰਘ ਕਾ ਨਾਮ ਸਭ ਜਾਪ, ਸਾਰੇ ਅੱਜ ਅਕਾਲੀ ਫੂਲਾ ਸਿੰਘ ਜੀ ਦਾ ਨਾਮ ਉੱਚਾ ਤੇ ਸੁੱਚਾ ਕਰਕੇ ਜਪਦੇ ਨੇ। ਧੰਨ ਸਨ ਅਕਾਲੀ ਫੂਲਾ ਸਿੰਘ ਜੀ, ਜਿਨ੍ਹਾਂ ਨੇ ਪੰਥ ਦੀ ਚੰਗੀ ਯੋਗ ਅਗਵਾਈ ਕੀਤੀ, ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕਰਕੇ ਯੋਗ ਫੈਸਲੇ ਕੀਤੇ। ਕਾਰਨ ਕੀ ਸੀ? ਬਾਬਾ ਜੱਸਾ ਸਿੰਘ ਜੀ ਅਕਾਲੀ ਫੂਲਾ ਸਿੰਘ ਜੀ ਦੇ ਮੁਰਸ਼ਿਦ ਬੜੇ ਵੱਡੇ ਸਨ, ਡਾਢੇ ਉਸਤਾਦ ਸਨ। ਧਰਮ ਸਿੰਘ ਸੋ ਕੋਠਾ ਗੁਰੂ, ਹਾਂ, ਇੱਕ ਬਾਬਾ ਧਰਮ ਸਿੰਘ ਜੀ ਹੋਏ ਨੇ। ਮਾਲਵੇ ਦੇ ਵਿੱਚ ਗੁਰੂ ਖਾਲਸਾ ਜੀ ਇੱਕ ਨਗਰ ਹੋਇਆ, ਇਹ ਕੋਠਾ ਗੁਰੂ। ਉੱਥੇ ਬੈਠ ਕਰਕੇ ਅਕਾਲੀ ਫੂਲਾ ਸਿੰਘ ਜੀ ਨੇ ਗੁਰਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਗੁਰੂ ਖਾਲਸਾ ਜੀ ਬਾਬਾ ਜਵੰਦ ਸਿੰਘ ਜੀ ਠੱਠੇ ਵਾਲੇ ਹੋਏ ਹਨ। ਪਹਿਲਾਂ ਬਾਬਾ ਜੱਸਾ ਸਿੰਘ ਜੀ, ਉਹਨਾਂ ਤੋਂ ਬਾਅਦ ਬਾਬਾ ਆਨੰਦ ਸਿੰਘ ਜੀ, ਤੇ ਬਾਬਾ ਆਨੰਦ ਸਿੰਘ ਜੀ ਤੋਂ ਬਾਅਦ ਬਾਬਾ ਰਾਮ ਸਿੰਘ ਜੀ। ਸਰਹਾਲੀ ਵਿੱਚ ਰਹਿਣ ਵਾਲੇ ਮਹਾਂਪੁਰਖ ਤਰਨੇ ਦਲ ਦੇ 3 ਜਥੇਦਾਰ ਹੋਏ ਹਨ। ਬਾਬਾ ਰਾਮ ਸਿੰਘ ਜੀ ਦੇ ਗੁਰੂ ਖਾਲਸਾ ਜੀ ਤੇ 4 ਅੱਗੇ ਚਾਟੜੇ ਸਨ ਪ੍ਰਮੁੱਖ, ਜਿਨ੍ਹਾਂ ਦੇ ਨਾਮ ਆਤਮਬੋਧ ਗ੍ਰੰਥ ਵਿੱਚ ਬਾਬਾ ਧਰਮ ਸਿੰਘ ਜੀ ਨੇ ਲਿਖੇ ਹਨ। ਇੱਕ ਗੁਰੂ ਖਾਲਸਾ ਜੀ ਬਾਬਾ ਜਵੰਦ ਸਿੰਘ ਜੀ ਠੱਠੇ ਵਾਲੇ ਹੋਏ ਨੇ, ਇੱਕ ਬਾਬਾ ਗੁਰਮੁਖ ਸਿੰਘ ਜੀ ਬਾਬੇ ਬਕਾਲੇ ਸਾਹਿਬ ਵਾਲੇ ਹੋਏ ਹਨ।
ਇੱਕ ਗੁਰੂ ਖਾਲਸਾ ਜੀ, ਬਾਬਾ ਸਾਧੂ ਸਿੰਘ ਜੀ ਤੇ ਇੱਕ ਬਾਬਾ ਮੰਗਲ ਸਿੰਘ ਜੀ, ਇਹ ਦੋ ਮਹਾਂਪੁਰਖ ਸ਼ਹੀਦੀ ਬਾਗ ਵਾਲੇ, ਇਹ ਪ੍ਰਮੁੱਖ ਚਾਰ ਉਹਨਾਂ ਦੇ ਸਾਜੇ ਨਵਾਜੇ ਵਿਦਿਆਰਥੀ ਚਾਟੜੇ ਗੁਰੂ ਕੇ ਸਿੱਖ ਸਨ। ਚੰਗੇ ਰਹਿਣੀ ਬਹਿਣੀ ਵਿੱਚ ਤਿਆਰ ਬਰ ਤਿਆਰ ਸਨ। ਗੁਰੂ ਖਾਲਸਾ ਜੀ, ਬਾਬਾ ਜਵੰਦ ਸਿੰਘ ਜੀ ਉਹ ਠੱਠੇ ਆ ਗਏ, ਜਿਨ੍ਹਾਂ ਦੀ ਬੰਸ ਵਿੱਚੋਂ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ ਨੇ, ਜਿਨ੍ਹਾਂ ਨੇ ਲੰਮਾ ਸਮਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੈੱਡ ਗ੍ਰੰਥੀ ਦੀ ਡਿਊਟੀ ਨਿਭਾਉਣਾ ਕੀਤੀ। ਉਹਨਾਂ ਤੋਂ ਅੱਗੇ ਗੁਰੂ ਖਾਲਸਾ ਜੀ ਬਾਬਾ ਧਰਮ ਸਿੰਘ ਜੀ ਹੋਏ ਹਨ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਚੰਗਾ ਗੁਰਸਿੱਖੀ ਦਾ ਪ੍ਰਚਾਰ ਕੀਤਾ। ਅਤੇ ਬਾਬਾ ਧਰਮ ਸਿੰਘ ਜੀ ਤੋਂ ਅੱਗੇ ਗੁਰੂ ਖਾਲਸਾ ਜੀ ਬਾਬਾ ਸੋਹਣ ਸਿੰਘ ਜੀ ਭਿੱਖੀਵਿੰਡੀਏ, ਅੱਗੇ ਬਾਬਾ ਕੁੰਦਨ ਸਿੰਘ ਜੀ, ਬਾਅਦ ਵਿੱਚ ਗੁਰੂ ਖਾਲਸਾ ਜੀ ਬਾਬਾ ਖੜਗ ਸਿੰਘ ਜੀ ਤੇ ਹੁਣ ਬਾਬਾ ਸ਼ਿੰਦਾ ਸਿੰਘ ਜੀ ਦਲ ਪੰਥ ਦੇ ਜਥੇਦਾਰ ਹਨ। ਬਾਬਾ ਧਰਮ ਸਿੰਘ ਜੀ ਜਿੱਥੇ ਗੁਰੂ ਖਾਲਸਾ ਜੀ ਚੰਗੇ ਸੇਵਾਦਾਰ ਸਨ, ਉੱਥੇ ਚੰਗੇ ਵਿਦਵਾਨ ਵੀ ਸਨ। ਇਹਨਾਂ ਨੇ ਗੁਰੂ ਖਾਲਸਾ ਜੀ ਆਤਮਬੋਧ ਨਾਮ ਦਾ ਗ੍ਰੰਥ ਲਿਖਿਆ ਹੈ, ਜਿਹਦੇ ਵਿੱਚ ਗੁਰੂ ਖਾਲਸਾ ਜੀ ਗੁਰਮਤਿ ਦਾ ਚੰਗਾ ਗਿਆਨ ਅਤੇ ਇਤਿਹਾਸਕ ਜਿਹੜੇ ਉਲਝੇ ਹੋਏ ਪੱਖ ਹਨ, ਉਹਨਾਂ ਪੱਖਾਂ ਨੂੰ ਚੰਗਾ ਨਿਗਾਰਿਆ ਹੈ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਦੇਵੀ ਪ੍ਰਗਟ ਕਰਨ ਵਾਲਾ ਜੋ ਪ੍ਰਸੰਗ ਹੈ, ਉਹ ਪ੍ਰਸੰਗ ਨੂੰ ਚੰਗਾ ਸੁਧਾਰ ਕੇ ਲਿਖਿਆ ਹੈ ਕਿ ਮਹਾਰਾਜ ਸਾਹਿਬ ਜੀ ਨੇ ਕਿਰਪਾਨ ਨੂੰ ਹੀ ਦੇਵੀ ਕਿਹਾ ਹੈ ਅਤੇ ਪੰਜ ਤੱਤ, ਪੰਜਾਂ ਤੱਤਾਂ ਦੇ ਰੂਪ ਤੇ ਰਸ ਵੀ ਬਾਬਾ ਧਰਮ ਸਿੰਘ ਜੀ ਕੋਠਾ ਗੁਰੂ ਨੇ ਲਿਖੇ ਨੇ। ਇਸੇ ਹੀ ਗ੍ਰੰਥ ਵਿੱਚ ਉਹਨਾਂ ਨੇ ਸ਼੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਜਥੇਦਾਰਾਂ ਬਾਰੇ ਲਿਖਿਆ ਹੈ। ਉਹਦੇ ਵਿੱਚ ਗੁਰੂ ਖਾਲਸਾ ਜੀ ਜਿਹੜੇ ਬਚਨ ਮੈਂ ਪੜ੍ਹੇ ਹਨ, ਉਹ ਮੈਂ ਆਪ ਜੀ ਦੇ ਅੱਗੇ ਰੱਖਦਾ ਹਾਂ। ਆਪ ਜੀ ਪਿਆਰ ਦੇ ਨਾਲ ਸੁਣਨਾ ਕਰੋ। ਲਿਖਿਓ ਆਤਮ ਬੋਧ ਸਭ ਮੁਰੂ। ਸਾਰੇ ਗ੍ਰੰਥਾਂ ਦਾ ਮੁੱਢ ਸ਼੍ਰੋਮਣੀ ਗ੍ਰੰਥ ਬਾਬਾ ਧਰਮ ਸਿੰਘ ਜੀ, ਨਿਹੰਗ ਸਿੰਘ ਜੀ, ਉਹਨਾਂ ਨੇ ਇਹ ਗ੍ਰੰਥ ਗੁਰੂ ਖਾਲਸਾ ਜੀ ਲਿਖਣਾ ਕੀਤਾ ਹੈ। ਜਿਸਨੇ ਗ੍ਰੰਥ ਵਿੱਚ ਫਰਮਾਇਓ। ਬਾਬਾ ਧਰਮ ਸਿੰਘ ਜੀ ਕੋਠਾ ਗੁਰੂ ਵਾਲੇ ਮਹਾਂਪੁਰਖ, ਉਹਨਾਂ ਨੇ ਗ੍ਰੰਥ ਦੇ ਵਿੱਚ ਇਹ ਲਿਖਿਆ ਹੈ, ਜੱਸਾ ਸਿੰਘ ਸਰਦਾਰੀ ਪਾਇਓ। ਬਾਬਾ ਜੱਸਾ ਸਿੰਘ ਜੀ ਉਹਨਾਂ ਨੂੰ ਪੰਥ ਨੇ ਸਰਦਾਰੀ ਦਿੱਤੀ ਸੀ। ਉਹਨਾਂ ਨੇ ਸ਼੍ਰੀ ਮਿਸਲ ਸ਼ਹੀਦਾਂ ਤਰਨਾ ਦਲ ਦੀ ਜਥੇਦਾਰੀ ਬਾਬਾ ਸੁਦਾ ਸਿੰਘ ਸਾਹਿਬ ਜੀ ਦੇ ਵੇਲੇ ਪ੍ਰਾਪਤ ਕੀਤੀ ਸੀ। ਸੁਦਾ ਸਿੰਘ ਕੀ ਕਰ ਅਰਦਾਸ। ਜਿਸ ਵਕਤ ਗੁਰੂ ਖਾਲਸਾ ਜੀ ਬਾਬਾ ਸੁਦਾ ਸਿੰਘ ਜੀ ਦਕੋਏ ਦੀ ਧਰਤੀ ਦੇ ਉੱਪਰ ਪਠਾਣਾਂ ਦੇ ਨਾਲ ਜੰਗ ਕਰਦਿਆਂ ਹੋਇਆਂ ਸ਼ਹੀਦੀ ਪਾ ਗਏ, ਉਸ ਵਕਤ ਉਹਨਾਂ ਦਾ ਦੁਸ਼ਹਿਰਾ ਮਨਾਇਆ ਗਿਆ ਤੇ ਸਾਰੇ ਗੁਰੂ ਕੇ ਪੰਥ ਖਾਲਸੇ ਨੇ ਵਿਚਾਰ ਕੀਤੀ ਵੀ ਪੰਥ ਦੀ ਜੋ ਸਰਦਾਰੀ ਹੈ ਉਹ ਜੱਸਾ ਸਿੰਘ ਨੂੰ ਦੇ ਦੇਣੀ ਚਾਹੀਦੀ ਹੈ, ਕਿਉਂਕਿ ਜੱਸਾ ਸਿੰਘ ਚੰਗਾ ਹਠੀ ਤਪੀ ਗੁਰੂ ਕਾ ਸਿੰਘ ਹੈ, ਨਾਮ ਜਪਣ ਵਾਲਾ ਹੈ, ਗੁਰੂ ਕੇ ਬਾਣੀ ਤੇ ਬਾਣੇ ਵਿੱਚ ਪ੍ਰਪੱਕ ਹੈ, ਸੀਸ ਉੱਪਰ ਉੱਚਾ ਫਰਲਾ ਚਲਾਉਂਦਾ ਹੈ, ਪੈਰ ਪੈਰ ਰਗੜਾ ਲਾਉਂਦਾ ਹੈ ਤੇ 5-10 ਗ੍ਰੰਥੀ ਦਾ ਨਿਤਨੇਮ ਕਰਦਾ ਹੈ। ਦਿਓ ਸਰਦਾਰੀ ਕਰਮ ਸਿਉ ਪਾਸ। ਜਦੋਂ ਬਾਬਾ ਜੱਸਾ ਸਿੰਘ ਜੀ ਨੂੰ ਪੁੱਛਿਆ ਗਿਆ ਵੀ ਤੁਹਾਨੂੰ ਸਰਦਾਰੀ ਦੇਣੀ ਹੈ, ਤੁਹਾਨੂੰ ਮਿਸਲ ਸ਼ਹੀਦਾਂ ਤਰਨਾ ਦਲ ਦਾ ਜਥੇਦਾਰ ਬਣਾਉਣਾ ਹੈ, ਤਾਂ ਬਾਬਾ ਜੱਸਾ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮੈਨੂੰ ਇਹ ਸਰਦਾਰੀ ਨਹੀਂ ਚਾਹੀਦੀ। ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਹੋਏ ਨੇ, ਬਾਅਦ ਵਿੱਚ ਤਰਨੇ ਦਲ ਦੇ ਜਥੇਦਾਰ ਬਾਬਾ ਗੁਰਬਖਸ਼ ਸਿੰਘ ਜੀ ਹੋਏ ਨੇ, ਬਾਅਦ ਵਿੱਚ ਬਾਬਾ ਸੁਦਾ ਸਿੰਘ ਜੀ। ਇਹਨਾਂ ਤਿੰਨਾਂ ਮਹਾਂਪੁਰਖਾਂ ਦਾ ਉੱਚਾ ਤੇ ਸੁੱਚਾ ਜੀਵਨ ਸੀ। ਮੈਂ ਇਹਨਾਂ ਦੇ ਚਰਨਾਂ ਕਮਲਾਂ ਵਿੱਚੋਂ ਗੁਰਸਿੱਖੀ ਲਈ ਹੈ। ਹੁਣ ਮੇਰੇ ਲਈ ਯੋਗ ਨਹੀਂ ਹੈ ਕਿ ਮੈਂ ਇਹਨਾਂ ਦੇ ਪਲੰਘੇ ਉੱਪਰ ਸੱਜ ਜਾਵਾਂ ਤੇ ਮੈਂ ਇਹ ਜਥੇਦਾਰੀ ਨਹੀਂ ਲੈਣੀ। ਗੁਰੂ ਖਾਲਸਾ ਜੀ ਉਸ ਸਮੇਂ ਦੇ ਜਿਹੜੇ ਪੁਰਾਣੇ ਗੁਰੂ ਕੇ ਸਿੰਘ ਸੀ ਨਾ, ਉਹਨਾਂ ਦੇ ਮੁਖੋਂ ਨਿਕਲ ਗਿਆ ਵੀ ਜਥੇਦਾਰੀ ਤੇ ਤੈਨੂੰ ਲੈਣੀ ਪੈਣੀ ਹੈ, ਜੇ ਹੁਣ ਨਹੀਂ ਤੇ ਮਗਰੋਂ ਲੈ ਲਵੇਂਗਾ। ਜਿਵੇਂ ਗੁਰੂ ਖਾਲਸਾ ਜੀ ਜਦੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਸੱਚਖੰਡ ਨੂੰ ਚਲੇ ਗਏ ਤੇ ਸਾਰੇ ਪੰਥ ਨੇ ਟਕਸਾਲ ਦਿਆਂ ਸਿੰਘਾਂ ਨੇ ਵਿਚਾਰ ਕੀਤੀ
ਵੀ ਬਾਬਾ ਠਾਕੁਰ ਸਿੰਘ ਜੀ ਨੂੰ ਜਥੇਦਾਰ ਬਣਾ ਦੇਣਾ ਚਾਹੀਦਾ ਹੈ। ਗੁਰੂ ਖਾਲਸਾ ਜੀ, ਬਾਬਾ ਜੀ ਕਹਿਣ ਲੱਗੇ ਮੈਂ ਤੇ ਬੁੱਢਾ ਹਾਂ, ਕੋਈ ਨੌਜਵਾਨ ਬਣਾਓ। ਤੇ ਕੁਝ ਗੁਰੂ ਕਿਆਂ ਸਿੰਘਾਂ ਨੇ ਮਨ ਹੀ ਮਨ ਇਹ ਗੱਲ ਵਿਚਾਰੀ, ਬਾਬਾ ਜੀ ਸੇਵਾ ਤੇ ਇਹ ਤੁਹਾਨੂੰ ਕਰਨੀ ਪੈਣੀ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਸਮੇਂ ਤੋਂ ਬਾਅਦ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਸੇਵਾਦਾਰ ਬਣ ਕੇ ਇਹ ਟਕਸਾਲ ਦੀ ਸੇਵਾ ਕਰਦੇ ਰਹੇ। ਗੁਰੂ ਖਾਲਸਾ ਜੀ ਇਸੇ ਤਰੀਕੇ ਨਾਲ ਬਾਬਾ ਜੱਸਾ ਸਿੰਘ ਜੀ ਕਹਿਣ ਲੱਗੇ ਵੀ ਮੈਨੂੰ ਜਥੇਦਾਰੀ ਦੀ ਲੋੜ ਕੋਈ ਨਹੀਂ ਹੈ, ਇਹ ਜਥੇਦਾਰੀ ਬਾਬਾ ਕਰਮ ਸਿੰਘ ਨੂੰ ਦੇ ਦਿਓ, ਮੈਂ ਤੇ ਪੰਥ ਵਿੱਚ ਦਾਸ ਬਣ ਕੇ ਸੇਵਾ ਕਰਾਂਗਾ। ਤਾਂ ਸਾਰੇ ਪੰਥ ਨੇ ਬਾਬਾ ਜੱਸਾ ਸਿੰਘ ਜੀ ਦੀ ਮਰਜ਼ੀ ਜਾਣ ਕਰਕੇ ਬਾਬਾ ਕਰਮ ਸਿੰਘ ਜੀ ਨੂੰ ਜਥੇਦਾਰੀ ਦੇ ਦੇਣਾ ਕੀਤੀ। ਕਰਮ ਸਿੰਘ ਸਰਦਾਰ ਬਣਾਇਓ। ਬਾਬਾ ਕਰਮ ਸਿੰਘ ਜੀ ਨੂੰ ਸਰਦਾਰ ਬਣਾ ਦਿੱਤਾ ਵੀ ਤੁਸੀਂ ਮਿਸਲ ਸ਼ਹੀਦਾਂ ਤਰਨਾ ਦਲ ਦੀ ਯੋਗ ਅਗਵਾਈ ਕਰੋ, ਪੰਥ ਦੇ ਵਿੱਚ ਧਰਮ ਯੁੱਧ ਕਰੋ, ਗਊ ਗਰੀਬ ਦੀ ਰੱਖਿਆ ਕਰੋ, ਤੇ ਬਾਬਾ ਦੀਪ ਸਿੰਘ ਜੀ ਵਾਂਗ ਗੁਰਸਿੱਖੀ ਦਾ ਪ੍ਰਚਾਰ ਕਰੋ। ਆ ਸਰਹਾਲੀ ਡੇਰਾ ਲਾਇਓ। ਉਧਰੋਂ ਬਾਬਾ ਜੱਸਾ ਸਿੰਘ ਜੀ ਆਪ ਜੀ ਭਜਨ ਨੰਦੀਏ ਮਹਾਂਪੁਰਖ ਸੀ, ਭਜਨ ਕਰਕੇ ਆਨੰਦ ਮਾਣਨ ਵਾਲੇ ਸੀ। ਆਪ ਜੀ ਦਾ ਮਨ ਉਪਰਾਮ ਹੋ ਗਿਆ, ਭਜਨ ਬੰਦਗੀ ਨੂੰ ਚਿੱਤ ਲੱਗ ਗਿਆ ਵੀ ਸਿਮਰਨ ਕਰੀਏ ਤੇ ਸਿਮਰਨ ਕਰਕੇ ਜਨਮ ਮਰਨ ਤੋਂ ਮੁਕਤ ਹੋਈਏ। ਐਸੀ ਮਨ ਵਿੱਚ ਭਾਵਨਾ ਕਰਕੇ ਆਪ ਜੀ ਨੇ ਸਰਹਾਲੀ ਵਿੱਚ ਆ ਕੇ ਡੇਰਾ ਲਾ ਲੈਣਾ ਕੀਤਾ। ਸਰਹਾਲੀ ਭਜਨ ਤਪ ਬਹੁ ਕਰਤੇ। ਬਾਬਾ ਜੀ ਸਰਹਾਲੀ ਦੇ ਵਿੱਚ ਬਹੁਤਾ ਭਜਨ ਤਪ ਕਰਦੇ ਨੇ, ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦੇ ਨੇ, 5-10 ਗ੍ਰੰਥੀ ਦਾ ਨੇਮ ਕਰਦੇ ਨੇ ਅਤੇ ਸਾਰੀ ਦਿਹਾੜੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਲੈਂਦੇ ਰਹਿੰਦੇ ਨੇ ਨਾਮ ਜਪ ਜਪ ਕੇ। ਧਰਮ ਯੁੱਧ ਸੋ ਕਬ ਕਬ ਲੜਤੇ। ਹਾਂ, ਕਦੇ ਕਦੇ ਧਰਮ ਯੁੱਧ ਵੀ ਲੜਦੇ ਨੇ। ਜੇ ਕੋਈ ਗੁਰੂ ਖਾਲਸਾ ਜੀ ਜ਼ਾਲਮ ਕਿਸੇ ਗਰੀਬ ਨੂੰ ਤੰਗ ਕਰਦਾ ਤੇ ਬਾਬਾ ਜੀ ਚਾਟੋ ਗਰੀਬ ਦੀ ਸਹਾਇਤਾ ਨੂੰ ਘੋੜੇ ਤੇ ਚੜ੍ਹ ਕੇ ਜਾਂਦੇ, ਜ਼ਾਲਮਾਂ ਦੇ ਨਾਲ ਯੁੱਧ ਕਰਦੇ, ਗਰੀਬ ਦੀ ਸਹਾਇਤਾ ਕਰਦੇ। ਅਤੇ ਜੇ ਕੋਈ ਬਿਅੰਗਮ ਸਿੰਘ ਸਰਹਾਲੀ ਚੱਲ ਕੇ ਆ ਜਾਂਦਾ ਉਹਨੂੰ ਰਸਤਾਂ ਬਸਤਾਂ ਦੇ ਕਰਕੇ ਨਵਾਜਿਆ ਕਰਦੇ ਸਨ। ਕਬ ਕਬ ਸ਼ਹੀਦੀ ਬਚਨ ਅਲਾਵੈ। ਹਾਂ, ਕਦੇ ਕਦੇ ਬਾਬਾ ਜੱਸਾ ਸਿੰਘ ਜੀ ਸ਼ਹੀਦੀ ਬਚਨ ਵੀ ਕਰਿਆ ਕਰਦੇ ਸਨ। ਗੁਰੂ ਖਾਲਸਾ ਜੀ ਨਿਹੰਗ ਸਿੰਘਾਂ ਵਿੱਚ ਸ਼ਹੀਦੀ ਬਚਨ ਉਹਨੂੰ ਕਹਿੰਦੇ ਨੇ ਜਿਹੜੇ ਗੁਰੂ ਖਾਲਸਾ ਜੀ ਭਵਿੱਖਿਤ ਵਾਕ ਹੁੰਦੇ ਨੇ। ਜਦੋਂ ਗੁਰੂ ਖਾਲਸਾ ਜੀ ਗੁਰਚਰਨਾਂ ਦੇ ਨਾਲ ਧਿਆਨ ਜੁੜ ਜਾਂਦਾ ਹੈ ਤੇ ਸ਼ਹੀਦੀ ਫੌਜਾਂ ਵੱਲੋਂ ਜਿਹੜਾ ਪੈਗਾਮ ਆਉਂਦਾ ਹੈ ਉਹ ਪੈਗਾਮ ਗੁਰੂ ਕੇ ਸਿੱਖ ਦੀ ਰਸਨਾ ਤੋਂ ਉੱਭਰਦਾ ਹੈ, ਉਹਨੂੰ ਗੁਰੂ ਖਾਲਸਾ ਜੀ ਸ਼ਹੀਦੀ ਬਚਨ ਕਹਿੰਦੇ ਨੇ। ਤੋ ਕਦੇ ਕਦੇ ਮਹਾਂਪੁਰਖ ਬਾਬਾ ਜੱਸਾ ਸਿੰਘ ਜੀ ਸ਼ਹੀਦੀ ਬਚਨ ਵੀ ਇਦਾਂ ਕਰਿਆ ਕਰਦੇ ਸਨ। ਕਰਮ ਸਿੰਘ ਹਿਸਟੋਰੀਅਨ ਸੋ ਗਾਵੈ। ਜੋ ਕਰਮ ਸਿੰਘ ਹਿਸਟੋਰੀਅਨ ਹੋਇਆ ਹੈ ਉਹਨੇ ਇਸ ਪ੍ਰਕਾਰ ਇਹ ਬਚਨ ਕਹਿਣਾ ਕੀਤੇ ਨੇ, ਗਾਉਣਾ ਕੀਤੇ ਨੇ। ਅਥ ਸ਼ਹੀਦੀ ਬਚਨ ਲਿਖਿਅਤੇ। ਹੁਣ ਮੈਂ ਸ਼ਹੀਦੀ ਬਚਨ ਲਿਖਦਾ ਹਾਂ ਜਿਸ ਪ੍ਰਕਾਰ ਬਾਬਾ ਜੱਸਾ ਸਿੰਘ ਜੀ ਸ਼ਹੀਦੀ ਬਚਨ ਕਰਿਆ ਕਰਦੇ ਸਨ। ਢਿੱਡਾਂ ਨੂੰ ਢਿੱਡ ਖਾਣਗੇ, 12 ਵਰਿਆਂ ਦੀਆਂ ਨਾਨੀਆਂ ਅਖਵਾਉਣਗੀਆਂ। ਇਹ ਗੁਰੂ ਖਾਲਸਾ ਜੀ ਵਾਰਤਕ ਬਚਨ ਬਾਪੂ ਜਗਤ ਸਿੰਘ ਜੀ ਦੇ ਕੋਲੋਂ ਸੁਣ ਕਰਕੇ ਤੇ ਕਰਮ ਸਿੰਘ ਹਿਸਟੋਰੀਅਨ ਨੇ ਲਿਖੇ ਨੇ। ਬਾਬਾ ਜੀ ਨੇ ਇਹ ਬਚਨ ਕਰਨਾ ਵੀ ਢਿੱਡਾਂ ਨੂੰ ਢਿੱਡ ਖਾਣਗੇ, ਸਮਾਂ ਆਵੇਗਾ 12 ਵਰਿਆਂ ਦੀਆਂ ਨਾਨੀਆਂ ਅਖਵਾਉਣਗੀਆਂ। ਇਹੋ ਜਿਹੇ ਰਿਸ਼ਤੇ ਨਾਤੇ ਬਦਲ ਜਾਣਗੇ ਅਤੇ ਘਰਾਂ ਨੂੰ ਘਰ ਖਾਣਗੇ, ਢਿੱਡਾਂ ਨੂੰ ਢਿੱਡ ਖਾਣਗੇ। ਜੋ ਸਮਾਂ ਗੁਰੂ ਖਾਲਸਾ ਜੀ ਹੁਣ ਉਪੜਿਆ ਹੈ, ਭਰਾ ਨੂੰ ਭਰਾ ਖਾਂਦਾ ਪਿਆ ਹੈ, ਘਰਾਂ ਨੂੰ ਘਰ ਖਾਂਦੇ ਪਏ ਨੇ ਤੇ ਰਿਸ਼ਤਾ ਨਾਤਾ ਇਹੋ ਜਿਹਾ ਬਣਦਾ ਜਾਂਦਾ ਏ ਵੀ 12 ਵਰਿਆਂ ਦੀਆਂ ਨਾਨੀਆਂ ਖਵਾਉਂਦੀਆਂ ਨੇ। ਮਾਤਾ ਤੇ ਪੁੱਤ ਇੱਕ ਹੀ ਸੇਜਾ ਦੇ ਉੱਪਰ ਰਮਦੇ ਪਏ ਨੇ। ਭੈਣ ਭਰਾ ਨੂੰ ਕੋਈ ਸੰਗ ਸ਼ਰਮ ਨਹੀਂ ਰਹਿ ਗਈ। ਇਹੋ ਜਿਹੇ ਬਚਨ ਬਾਬਾ ਜੀ ਕਰਿਆ ਕਰਦੇ ਸਨ। ਰਾਹ ਕੋ ਰਾਹ ਹੋਣਗੇ, ਕੰਧਾਂ ਘੋੜਿਆਂ ਵਾਂਗ ਤੁਰਿਆ ਕਰਨਗੀਆਂ। ਤੇ ਮਹਾਂਪੁਰਖਾਂ ਨੇ ਬਚਨ ਕਰਨਾ ਜਿਹੜੇ ਰਾਹ ਹੈ ਨਾ
ਜਾਪੇਗਾ ਵੀ ਇਹ ਸਿੱਧਾ ਰਾਹ ਏ, ਪਰ ਉਹ ਰਾਹ ਦੇ ਉੱਪਰ ਤੁਰੇ ਤੁਰੇ ਜਾਂਦਿਆਂ ਉਹ ਰਸਤਾ ਕੁਰਾਹ ਵਿੱਚ ਬਦਲ ਜਾਵੇਗਾ। ਇਸੇ ਤਰ੍ਹਾਂ ਉਹਨਾਂ ਨੇ ਕਹਿਣਾ ਵੀ ਜਿਹੜੀਆਂ ਕੰਧਾਂ ਨੇ ਇਹ ਘੋੜਿਆਂ ਵਾਂਗੂ ਤੁਰਿਆ ਕਰਨਗੀਆਂ। ਬਾਕੀ ਬਚਨ ਤੇ ਗੁਰੂ ਖਾਲਸਾ ਜੀ ਸਾਫ ਹੀ ਸਮਝ ਆਉਂਦੇ ਨੇ। ਜਿਹੜੇ ਚੰਗੇ ਧਰਮ ਦੇ ਮਾਰਗ ਨੇ ਉਹ ਵੀ ਕੁਰਾਹ ਬਣਦੇ ਜਾਂਦੇ ਨੇ। ਕਈ ਧਰਮ ਦੇ ਮਾਰਗ ਦੇ ਉੱਪਰ ਚੱਲਦੇ ਚੱਲਦੇ ਇਹੋ ਜਿਹਾ ਕੰਮ ਕਰ ਲੈਂਦੇ ਨੇ, ਉਹ ਰਸਤੇ ਤੇ ਪੈ ਕੇ ਆਪਣਾ ਜਨਮ ਗਵਾ ਲੈਂਦੇ ਨੇ। ਪਰ ਕੰਧਾਂ ਘੋੜਿਆਂ ਵਾਂਗੂ ਤੁਰਿਆ ਕਰਨਗੀਆਂ, ਇਹ ਬਚਨ ਨਹੀਂ ਸਮਝ ਆਉਂਦਾ। ਅੱਜ ਗੁਰੂ ਖਾਲਸਾ ਜੀ ਕੋਠੀਆਂ ਪਾਈਆਂ ਨੇ ਤੋ ਭਈਏ ਗਾਡਰ ਗੂਡਰ ਜੇ ਲਾ ਕੇ ਜਿੱਦਾਂ ਰੇਲ ਦੀ ਪਰੜੀ ਹੁੰਦੀ ਹੈ, ਮਕਾਨ ਤੋੜ ਦਿੰਦੇ ਨੇ ਤੇ ਮਕਾਨ ਤੋੜ ਕੇ ਇੱਕ ਥਾਂ ਤੋਂ ਦੂਜੇ ਥਾਂ ਤੇ ਲੈ ਜਾਂਦੇ ਨੇ। ਪਈ ਪਵਾਤੀ ਕੋਠੀ ਅੱਗੇ ਕਰ ਦਿੰਦੇ ਨੇ। ਇਹ ਮਹਾਂਪੁਰਖਾਂ ਦੇ ਬਚਨ ਸਾਧਿਓ ਆਏ ਨੇ। ਜਿਹੜੀਆਂ ਕੰਧਾਂ ਨੇ ਇਹ ਘੋੜਿਆਂ ਵਾਂਗੂ ਤੁਰ ਕੇ ਅੱਗੇ ਜਾਂਦੀਆਂ ਪਈਆਂ ਨੇ। ਇਹ ਬਾਬਾ ਜੀ ਸ਼ਹੀਦੀ ਬਚਨ ਕਰਿਆ ਕਰਦੇ ਸਨ। ਉਸ ਸਮੇਂ ਇਹ ਬਚਨ ਸੁਣਦੇ ਹੋਣਗੇ ਤੇ ਉਹ ਕਹਿੰਦੇ ਹੋਣਗੇ ਇਹ ਨਿਹੰਗ ਸੁੱਖੇ ਦੇ ਨਾਲ ਰੱਜਿਆ ਐਵੇਂ ਬੋਲੀ ਜਾਂਦਾ ਏ। ਪਰ ਮਹਾਂਪੁਰਖਾਂ ਦੇ ਜੋ ਅਗੰਮੀ ਬਚਨ ਸਨ, ਉਹਨਾਂ ਬਚਨਾਂ ਨੂੰ ਗੁਰੂ ਖਾਲਸਾ ਜੀ ਕੌਣ ਸਮਝ ਸਕਿਆ ਏ। ਮਹਾਂਪੁਰਖਾਂ ਬਚਨ ਕਰਨਾ, ਢਿੱਡਾਂ ਨੂੰ ਢਿੱਡ ਖਾਣਗੇ, 12 ਵਰਿਆਂ ਦੀਆਂ ਨਾਨੀਆਂ ਖਵਾਉਣਗੀਆਂ, ਰਾਹ ਕੁਰਾਹ ਆਉਣਗੇ ਤੇ ਕੰਧਾਂ ਘੋੜਿਆਂ ਵਾਂਗ ਤੁਰਿਆ ਕਰਨਗੀਆਂ। ਇਹ ਬਚਨ ਮਹਾਂਪੁਰਖਾਂ ਨੇ ਸ਼ਹੀਦੀ ਕਰਿਆ ਕਰਨੇ। ਕੁਛ ਕ ਬਚਨ ਤਉ ਸਾਚੇ ਭਏ। ਹਾਂ, ਕੁਝ ਕੁ ਬਚਨ ਤੇ ਸੱਚੇ ਹੋ ਗਏ ਨੇ। ਜਿਵੇਂ ਗੁਰੂ ਖਾਲਸਾ ਜੀ ਢਿੱਡਾਂ ਨੂੰ ਢਿੱਡ ਖਾਣ ਲੱਗ ਪਏ ਨੇ, ਧਾਰਮਿਕ ਰਾਹ ਕੁਰਾਹ ਦਾ ਰੂਪ ਧਾਰਨ ਕਰ ਗਏ ਨੇ, ਕੰਧਾਂ ਘੋੜਿਆਂ ਵਾਂਗ ਤੁਰਨ ਲੱਗ ਪਈਆਂ ਹਨ। ਕੁਛ ਹੋਂਗੇ ਜਬ ਕਲ ਘੋਰ ਆਏ। ਹਾਂ, ਜਦੋਂ ਕਲਯੁਗ ਆਵੇਗਾ ਨਾ ਭਿਆਨਕ, ਜਿਹੜੇ ਕੁਛ ਕੁ ਬਚਨ ਰਹਿ ਗਏ ਆ ਨਾ, 12 ਵਰਿਆਂ ਦੀਆਂ ਨਾਨੀਆਂ ਬਣਿਆ ਕਰ ਹੋਣਗੀਆਂ। ਇਹ ਗੁਰੂ ਖਾਲਸਾ ਜੀ ਬਚਨ ਫੇਰ ਸੱਤ ਹੋਣਗੇ ਜਦੋਂ ਹੋਰ ਅੱਗੇ ਕਲਯੁਗ ਦਾ ਕਲਘੋਰ ਸਮਾਂ ਆਵੇਗਾ। ਸੰਮਤ 1736। ਹਾਂ, ਜਦੋਂ 1736 ਬਿਕਰਮੀ ਆਈ, ਐਸਾ ਗੁਰੂ ਖਾਲਸਾ ਜੀ ਭਿਆਨਕ ਸਮਾਂ ਆਇਆ ਪੰਥ ਦੇ ਉੱਪਰ। ਭਇਓ ਸ਼ਹੀਦ ਬੇਦੀ ਕੁਲ ਈਸ। ਗੁਜਰਾਤ ਦੇ ਵਿੱਚ ਗੁਰੂ ਖਾਲਸਾ ਜੀ ਜੰਗ ਹੋਇਆ ਤੇ ਬੇਦੀਆਂ ਦੀ ਕੁਲ ਦੇ ਈਸ਼ਵਰ ਬਾਬਾ ਰਾਮ ਸਿੰਘ ਜੀ ਬੇਦੀ, ਜੋ ਮਿਸਲ ਸ਼ਹੀਦਾਂ ਤਰਨਾ ਦਲ ਦੇ 6ਵੇਂ ਜਥੇਦਾਰ ਹੋਏ ਹਨ। ਗੁਰੂ ਖਾਲਸਾ ਜੀ ਰਣ ਤੱਤੇ ਵਿੱਚ ਸ਼ਹਾਦਤ ਦੇ ਜਾਮ ਪੀ ਗਏ। ਰਾਮ ਸਿੰਘ ਸ਼ਹੀਦੀ ਪਾਈ। ਬਾਬਾ ਰਾਮ ਸਿੰਘ ਜੀ ਬੇਦੀ ਜੀ, ਉਹਨਾਂ ਨੇ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਪ੍ਰਾਪਤ ਕੀਤੀ। ਮਿਸਲ ਸ਼ਹੀਦਾਂ ਕੌਣ ਸਹਾਈ। ਉਸ ਵਕਤ ਸਾਰੇ ਸਿੰਘਾਂ ਨੇ ਵਿਚਾਰ ਕੀਤੀ ਵੀ ਹੁਣ ਮਿਸਲ ਸ਼ਹੀਦਾਂ ਤਰਨਾ ਦਲ ਦਾ ਕੌਣ ਸਹਾਈ ਹੋਵੇਗਾ, ਕੌਣ ਜਥੇਦਾਰੀ ਕਰੇਗਾ। ਬਾਬਾ ਰਾਮ ਸਿੰਘ ਜੀ ਬੜੇ ਜੰਗੀ ਜਰਨੈਲ ਸਨ। 1.25 ਮਣ ਦਾ ਉਹਨਾਂ ਦਾ ਕਮਰ ਕੱਸਾ ਸੀ। ਇੰਨੇ ਸ਼ਸਤਰ ਉਹ ਰੱਖਿਆ ਕਰਦੇ ਸਨ। ਉਹ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ ਨੇ। ਹੁਣ ਮਿਸਲ ਸ਼ਹੀਦਾਂ ਤਰਨਾ ਦਲ ਦਾ ਕੌਣ ਜਥੇਦਾਰ ਹੋਵੇਗਾ, ਕੌਣ ਸਹਾਈ ਹੋਵੇਗਾ। ਸਿੰਘ ਸੁਜਾਨ ਸੋ ਕੀਓ ਵਿਚਾਰ। ਜਿਹੜੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਚੰਗੇ ਸਿਆਣੇ ਸਰਦਾਰ ਜਥੇਦਾਰ ਗੁਰੂ ਕੇ ਸਿੰਘ ਸਨ, ਉਹਨਾਂ ਨੇ ਮਿਲ ਕਰਕੇ ਇਦਾਂ ਗੁਰਮਤਾ ਕਰਨਾ ਕੀਤਾ। ਜੱਸਾ ਸਿੰਘ ਕੀਆ ਜਥੇਦਾਰ। ਹਾਂ, ਉਹਨਾਂ ਨੇ ਵਿਚਾਰ ਕੀਤੀ ਵੀ ਬਾਬਾ ਜੱਸਾ ਸਿੰਘ ਬੜੇ ਹਠੀ ਤਪੀ ਸਿੰਘ ਨੇ। ਉਹਨਾਂ ਨੂੰ ਬਾਬਾ ਸੁਧਾ ਸਿੰਘ ਤੋਂ ਬਾਅਦ ਜਥੇਦਾਰੀ ਮਿਲਦੀ ਸੀ, ਉਹਨਾਂ ਨੇ ਜਥੇਦਾਰੀ ਲੈਣ ਤੋਂ ਨਾ ਕਰ ਦਿੱਤੀ ਸੀ। ਹੋਵੇ ਨਾ ਉਹਨਾਂ ਨੂੰ ਮਿਸਲ ਸ਼ਹੀਦਾਂ ਤਰਨਾ ਦਲ ਦਾ ਜਥੇਦਾਰ ਬਣਾ ਦੇਣਾ ਕਰੀਏ। ਜੱਸਾ ਸਿੰਘ ਨਾਹ ਬਹੁ ਕਈ। ਜਦੋਂ ਗੁਰੂ ਕਿਆਂ ਸਿੰਘਾਂ ਨੇ ਜਾ ਕੇ ਬਾਬਾ ਜੱਸਾ ਸਿੰਘ ਨੂੰ ਕਿਹਾ ਵੀ ਤੁਸੀਂ ਹੁਣ ਤਰਨੇ ਦਲ ਦੀ ਯੋਗ ਅਗਵਾਈ ਕਰੋ, ਬਾਬਾ ਜੱਸਾ ਸਿੰਘ ਜੀ ਨੇ ਗਲ ਪੱਲੂ ਪਾ ਕੇ ਬੜੀ ਨਾਂਹ ਕੀਤੀ। ਕਹਿਣ ਲੱਗੇ ਜਥੇਦਾਰੀ ਮੇਥੋਂ ਨਹੀਂ ਹੋਣੀ। ਤਾਂ ਸਿੰਘਾਂ ਨੇ ਜ਼ੋਰ ਦੇ ਨਾਲ ਇਕੱਠਿਆਂ ਹੋ ਕੇ ਕਿਹਾ, ਬਾਬਾ ਜੀ ਜੇ ਤੁਸੀਂ ਜਥੇਦਾਰੀ ਨਾ ਕੀਤੀ ਤੇ ਜਥੇਦਾਰੀ ਕਰੂ ਕੌਣ? ਇਹ ਤਰਨੇ ਦਲ ਦੀ ਕਮਾਂਡ ਨੂੰ ਕੌਣ ਸੰਭਾਲੇਗਾ? ਪੰਜਾਂ ਸਿੰਘਾਂ ਨੇ ਹੱਥ ਜੋੜ ਕਰਕੇ
ਬਾਬਾ ਜੱਸਾ ਸਿੰਘ ਜੀ ਨੂੰ ਹੁਕਮ ਕਰਨਾ ਕੀਤਾ। ਸਿੰਘਣ ਆਗੇ ਏਕ ਨਾ ਚਈ। ਜਦੋਂ ਪੰਜਾਂ ਗੁਰੂ ਕਿਆਂ ਸਿੰਘਾਂ ਨੇ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਅਤੇ ਬੜੇ ਸੱਜ ਧੱਜ ਕੇ ਅਰਦਾਸਾ ਕਰਕੇ ਅਤੇ ਬਾਬਾ ਜੱਸਾ ਸਿੰਘ ਜੀ ਨੂੰ ਹੁਕਮ ਕੀਤਾ ਵੀ ਤੁਹਾਨੂੰ ਤਰਨੇ ਦਲ ਦੀ ਕਮਾਂਡ ਸੰਭਾਲਣੀ ਪੈਣੀ ਹੈ, ਤਾਂ ਉਸ ਵਕਤ ਬਾਬਾ ਜੱਸਾ ਸਿੰਘ ਜੀ ਦੀ ਅੱਗੋਂ ਇੱਕ ਵੀ ਨਾ ਚੱਲੀ। ਜੱਸਾ ਸਿੰਘ ਸਰਦਾਰ ਪ੍ਰਗਟਏ। ਬਾਬਾ ਜੱਸਾ ਸਿੰਘ ਜੀ ਪੰਥ ਦੇ ਸਰਦਾਰ ਬਣ ਗਏ ਅਤੇ ਉਹਨਾਂ ਨੇ ਗੁਰੂ ਖਾਲਸਾ ਜੀ ਫਿਰ ਸ਼੍ਰੋਮਣੀ ਪੰਥ ਅਕਾਲੀ ਮਿਸਲ ਸ਼ਹੀਦਾਂ ਤਰਨਾ ਦਲ ਦੀ ਯੋਗ ਅਗਵਾਈ ਕਰਨੀ ਪ੍ਰਾਰੰਭ ਕਰ ਦਿੱਤੀ। ਸੁਜਾਨ ਸਿੰਘਣ ਸੋ ਚੁਣ ਲਏ। ਹਾਂ, ਸਾਰੇ ਸਿਆਣੇ ਸਿੰਘਾਂ ਨੇ ਮਿਲ ਕਰਕੇ ਬਾਬਾ ਜੱਸਾ ਸਿੰਘ ਜੀ ਨੂੰ ਚੁਣ ਲੈਣਾ ਕੀਤਾ। ਸਿਰੇ ਉੱਪਰ ਦਮਾਲੇ ਚਲਾ ਦਿੱਤੇ ਅਤੇ ਕਿਹਾ ਵੀ ਤੁਸੀਂ ਅੱਜ ਤੋਂ ਸਾਡੇ ਜਰਨੈਲ ਹੋ, ਅਸੀਂ ਤੁਹਾਡੀ ਤਾਬਿਆ ਵਿੱਚ ਚੱਲਾਂਗੇ। ਧਰਮ ਯੁੱਧ ਬਹੁਤ ਸੋ ਕਰ। ਬਾਬਾ ਜੱਸਾ ਸਿੰਘ ਜੀ ਤੇ ਗੁਰੂ ਕੇ ਸਿੰਘ ਮਿਲ ਕਰਕੇ ਬਹੁਤੇ ਧਰਮ ਯੁੱਧ ਕਰਨ ਲੱਗ ਪਏ। ਬਹੁਤ ਗਊ ਗਰੀਬ ਦੀ ਰੱਖਿਆ ਕਰਦੇ ਨੇ ਤੇ ਧਰਮ ਯੁੱਧ ਕਰਦੇ ਹਨ। ਘੋੜਨ ਸਾਥ ਪ੍ਰੇਮ ਬਹੁ ਕਰ। ਬਾਬਾ ਜੱਸਾ ਸਿੰਘ ਜੀ ਦਾ ਇਹ ਸੁਭਾਅ ਸੀ ਵੀ ਬਾਬਾ ਜੀ ਘੋੜਿਆਂ ਨਾਲ ਬੜਾ ਪਿਆਰ ਕਰਦੇ ਸੀ। ਗੁਰੂ ਖਾਲਸਾ ਜੀ ਉਹ ਨਿਹੰਗ ਸਿੰਘਾਂ ਦਾ ਜਥੇਦਾਰ ਹੀ ਨਹੀਂ ਮੰਨਿਆ ਜਾਂਦਾ ਜਿਹੜਾ ਸਵੇਰੇ ਉੱਠ ਕੇ ਤੇ ਘੋੜਿਆਂ ਦੇ ਦਰਸ਼ਨ ਨਾ ਕਰੇ। ਇਹ ਪੁਰਾਣੀ ਮਰਜ਼ਾਦਾ ਸੀ। ਜਿਹੜਾ ਨਿਹੰਗ ਸਿੰਘਾਂ ਦਾ ਜਥੇਦਾਰ ਹੁੰਦਾ ਸੀ ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣ ਕਰਕੇ ਸਿਮਰਨ ਕਰਕੇ ਨਿਤਨੇਮ ਕਰਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਮੱਥਾ ਟੇਕ ਕੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਘੋੜਿਆਂ ਦੇ ਦਰਸ਼ਨ ਕਰਿਆ ਕਰਦਾ ਸੀ। ਭਾਵੇਂ ਉਹ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦਾ ਜਥੇਦਾਰ ਕਿਉਂ ਨਾ ਹੋਵੇ ਤੇ ਭਾਵੇਂ ਗੁਰੂ ਖਾਲਸਾ ਜੀ ਤਰਨਾ ਦਲ ਦਾ ਜਥੇਦਾਰ ਹੋਵੇ, ਸਾਰੇ ਹੀ ਜਥੇਦਾਰ ਘੋੜਿਆਂ ਦੇ ਦਰਸ਼ਨ ਕਰਿਆ ਕਰਦੇ ਸਨ। ਅੱਜ ਵੀ ਮਿਸਲ ਸ਼ਹੀਦਾਂ ਤਰਨਾ ਦਲ ਦੇ 15ਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਜੀ ਅੰਮ੍ਰਿਤ ਵੇਲੇ ਉੱਠ ਕੇ ਬਾਬਾ ਨੌ ਸਿੰਘ ਜੀ ਦੇ ਪਾਵਨ ਸਥਾਨ ਤੇ 100 ਘੋੜਾ ਬੱਧਾ ਹੈ, ਉਹ ਘੋੜਿਆਂ ਦੇ ਦਰਸ਼ਨ ਕਰਦੇ ਹਨ। ਘੋੜਿਆਂ ਦਾ ਦੇਖਦੇ ਹਨ, ਜਾ ਕਰਕੇ ਉਹਨਾਂ ਦੇ ਚਰਨਾਂ ਨੂੰ ਮੱਥਾ ਟੇਕਦੇ ਨੇ ਅਤੇ ਘੋੜਿਆਂ ਦੀ ਸਫਾਈ ਦਾਣਾ ਪੱਠਾ ਸਾਰਾ ਕੁਝ ਦੇਖਦੇ ਨੇ। ਦਲ ਪੰਥ ਵਿੱਚ ਜਾ ਕਰਕੇ ਇਕੱਲੇ ਇਕੱਲੇ ਘੋੜੇ ਦੇ ਦਰਸ਼ਨ ਕਰਦੇ ਨੇ। ਇਹ ਗੁਰੂ ਖਾਲਸਾ ਜੀ ਪੁਰਾਣੀ ਗੁਰੂ ਕਿਆਂ ਸਿੰਘਾਂ ਦੀ ਮਰਜ਼ਾਦਾ ਸੀ। ਤਾਂ ਬਾਬਾ ਜੱਸਾ ਸਿੰਘ ਜੀ ਘੋੜਿਆਂ ਦੇ ਨਾਲ ਪਿਆਰ ਕਰਿਆ ਕਰਦੇ ਸਨ। ਘੋੜਿਆਂ ਦੇ ਗੁਰੂ ਖਾਲਸਾ ਜੀ ਦਰਸ਼ਨ ਕਰਨੇ, ਘੋੜਿਆਂ ਨੂੰ ਜਾ ਕੇ ਖਰਖਰਾ ਕਰਨਾ, ਘੋੜਿਆਂ ਦੀ ਮਾਲਿਸ਼ ਕਰਨੀ, ਘੋੜਿਆਂ ਦੀ ਅਸਵਾਰੀ ਕਰਨੀ ਅਤੇ ਘੋੜਿਆਂ ਦੇ ਨਾਲ ਗੱਲਾਂ ਕਰਨੀਆਂ, ਇਹ ਬਾਬਾ ਜੱਸਾ ਸਿੰਘ ਜੀ ਦਾ ਜੀਵਨ ਸੀ। ਕਹਿ ਤੁਰੰਗ ਸੋ ਦਸਵੇਂ ਨਾਥ। ਬਾਬਾ ਜੀ ਕਹਿੰਦੇ ਸੀ ਇਹ ਘੋੜੇ ਸਾਡੇ ਨਹੀਂ ਹੈ, ਇਹ ਘੋੜੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹਨ। ਇਹਨਾਂ ਘੋੜਿਆਂ ਤੋਂ ਸਾਨੂੰ 10ਵੇਂ ਪਾਤਸ਼ਾਹ ਦਾ ਦਰਸ਼ਨ ਹੁੰਦਾ ਏ। ਇਹ 10ਵੇਂ ਪਾਤਸ਼ਾਹ ਜੀ ਦਾ ਪੰਥ ਹੈ ਤੇ 10ਵੇਂ ਪਾਤਸ਼ਾਹ ਜੀ ਦੇ ਘੋੜੇ ਹਨ। ਚੜ੍ਹੈ ਤੁਰੰਗ ਤੋ ਟੇਕੈ ਮਾਥ। ਹਾਂ, ਜਦੋਂ ਘੋੜੇ ਉੱਪਰ ਚੜ੍ਹਦੇ ਤੇ ਘੋੜੇ ਨੂੰ ਮੱਥਾ ਟੇਕ ਕੇ ਚੜ੍ਹਦੇ ਸੀ। ਇਹ ਸਿੰਘਾਂ ਦੀ ਮਰਜ਼ਾਦਾ ਏ। ਜਦੋਂ ਘੋੜੇ ਤੇ ਸਵਾਰ ਹੁੰਦੇ ਨੇ ਪਹਿਲਾਂ ਘੋੜੇ ਨੂੰ ਮੱਥਾ ਟੇਕਦੇ ਨੇ ਵੀ ਇਹ 10ਵੇਂ ਪਾਤਸ਼ਾਹ ਜੀ ਦਾ ਘੋੜਾ ਹੈ, ਅਸੀਂ ਸਵਾਰੀ ਕਰਨ ਲੱਗੇ ਹਾਂ। ਗੁਰੂ ਖਾਲਸਾ ਜੀ ਕਈ ਇਹ ਬਚਨ ਨੂੰ ਐਵੇਂ ਹਾਸੇ ਜਿਹੇ ਦੇ ਵਿੱਚ ਹੀ ਲੈ ਲੈਂਦੇ ਨੇ, ਪਰ ਜਿਹੜੇ ਘੋੜੇ ਹੈ ਨਾ 10ਵੇਂ ਪਾਤਸ਼ਾਹ ਜੀ ਦੇ, ਜਦੋਂ ਇਹ ਛੋਲੇ ਖਾ ਕੇ ਫੁੰਕਾਰੇ ਮਾਰਦੇ ਹੈ, ਕਈ ਦੁੱਖ ਬੰਦੇ ਦੇ ਦੂਰ ਕਰ ਦਿੰਦੇ ਨੇ। ਪੁਰਾਣੇ ਮਹਾਂਪੁਰਖ ਕਹਿੰਦੇ ਸੀ ਜੇ ਤੁਹਾਨੂੰ ਕੋਈ ਦੁੱਖ ਹੈ, ਤੁਹਾਡਾ ਮੋਰਚਾ ਨਹੀਂ ਟੁੱਟਦਾ, ਘੋੜਿਆਂ ਨੂੰ ਛੋਲੇ ਪਾਓ, ਤੁਹਾਡੇ ਦੁੱਖ ਟੁੱਟ ਜਾਣਗੇ। ਬਾਬਾ ਬਿਸ਼ਨ ਸਿੰਘ ਜੀ ਕਿਹਾ ਕਰਦੇ ਸੀ ਘੋੜੇ ਜਦੋਂ ਚਣੇ ਖਾਂਦੇ ਆ ਨਾ, ਚਣੇ ਖਾ ਕੇ ਦਬਾਉਂਦੇ ਨੇ, ਉਹਨਾਂ ਨੂੰ ਆਪਣੇ ਦੰਦਾਂ ਹੇਠ ਦੀ ਲੰਘਾਉਂਦੇ ਨੇ, ਉਹ ਛੋਲੇ ਨਹੀਂ ਚੱਬਦੇ, ਉਹ ਤੁਹਾਡੇ ਦੁੱਖ ਚੱਬਦੇ ਨੇ, ਤੁਹਾਡੇ ਮੋਰਚੇ ਫਤਿਹ ਕਰਦੇ ਨੇ। ਜਿੰਨੇ ਘੋੜੇ ਛੋਲੇ ਚੱਬਣਗੇ ਉਨੇ ਤੁਹਾਡੇ ਦੁੱਖ ਚੱਬੇ ਜਾਣਗੇ। ਛੋਲੇ ਖਾ ਕੇ ਜਿੰਨੇ ਫੁੰਕਾਰੇ ਮਾਰਨਗੇ ਉਹ ਫੁੰਕਾਰਿਆਂ ਨਾਲ ਤੁਹਾਡੇ ਮੋਰਚੇ ਫਤਿਹ ਕਰ ਦੇਣਗੇ। ਅੱਜ ਵੀ ਗੁਰੂ ਖਾਲਸਾ ਜੀ ਘੋੜਿਆਂ ਦੀ ਸੇਵਾ ਕਰਕੇ ਵੇਖੋ,
ਦਸਵੇਂ ਪਾਤਸ਼ਾਹ ਜੀ ਘੋੜਿਆਂ 'ਚ ਹੀ ਵਸਦੇ ਨੇ। ਜਿੱਥੇ ਉਹਨਾਂ ਦਾ ਪੰਥ ਰਹਿੰਦਾ ਹੈ ਉੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿੰਦੇ ਹਨ। ਦਸਵੇਂ ਗੁਰ ਕੀ ਤੁਕ ਅਲਾਵੈ। ਬਾਬਾ ਜੱਸਾ ਸਿੰਘ ਜੀ ਆਪਣੇ ਮੁਖ ਤੋਂ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਅਲਾਇਆ ਕਰਦੇ ਸੀ। ਜਦੋਂ ਘੋੜਿਆਂ ਜਾਂਦੇ ਸੀ ਦਸਵੇਂ ਪਾਤਸ਼ਾਹ ਜੀ ਦੀ ਇਹ ਤੁਕ ਪੜਿਆ ਕਰਦੇ ਸਨ। ਸਦ ਹੀ ਆਪਣੇ ਮੁਖ ਹੰਗਾਵੈ। ਸਦਾ ਹੀ ਆਪਣੇ ਮੁਖ ਤੋਂ ਇਹ ਤੁਕ ਬਾਬਾ ਜੀ ਪੜ੍ਹਦੇ ਰਹਿੰਦੇ ਸਨ। ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਮੁਖ ਵਾਕ ਤੁਕ ਹੈ। ਘੋੜੇ ਦਾਸ ਗੋਬਿੰਦ ਸਿੰਘ ਕੇ ਭਗਤ ਦਾਦਨੀ ਪਾਉ। ਦਸਵੇਂ ਪਾਤਸ਼ਾਹ ਜੀ ਨੇ ਇਹ ਤੁਕ ਲਿਖੀ ਹੈ। ਘੋੜੇ ਦਾਸ ਗੋਬਿੰਦ ਸਿੰਘ ਕੇ ਭਗਤ ਦਾਦਨੀ ਪਾਉ। ਜੇ ਕਿਤੇ ਵੱਡੀ ਭਗਤੀ ਹੋਵੇ ਤੇ ਵੱਡੀ ਬਖਸ਼ਿਸ਼ ਹੋਵੇ ਤੇ ਫੇਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਵੀ ਇਹ ਘੋੜੇ ਪ੍ਰਾਪਤ ਹੁੰਦੇ ਨੇ। ਇਹ ਘੋੜਿਆਂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਏ। ਜੇ ਕੋਈ ਜਨਮਾਂ ਜਨਮਾਂਤਰਾਂ ਦੀ ਕੀਤੀ ਭਗਤੀ ਹੋਵੇ ਜਾਂ ਅਕਾਲ ਪੁਰਖ ਦੀ ਖਾਸ ਦਾਦਨੀ ਮੈਨੇ ਬਖਸ਼ਿਸ਼ ਹੋਵੇ ਤਾਂ ਮਹਾਰਾਜ ਕਲਗੀਧਰ ਜੀ ਕਹਿੰਦੇ ਵੀ ਇਹ ਘੋੜੇ ਪਾਈਦੇ ਨੇ। ਮੈਂ ਵੀ ਤਾਂ ਹੀ ਘੋੜੇ ਪਾਏ ਨੇ ਕਿਉਂਕਿ ਹੇਮਕੁੰਟ ਦੀਆਂ ਪਹਾੜੀਆਂ ਤੇ ਬੈਠ ਕੇ ਮੈਂ ਤਪ ਕੀਤਾ ਸੀ। ਉਹ ਤਪ ਦੇ ਨਾਲ ਮੈਨੂੰ ਘੋੜੇ ਪ੍ਰਾਪਤ ਹੋਏ ਨੇ। ਘੋੜਿਆਂ ਤੇ ਚੜ੍ਹਨ ਦਾ ਮਾਣ ਪ੍ਰਾਪਤ ਹੋਇਆ ਹੈ। ਮੈਂ ਘੋੜਿਆਂ ਤੇ ਚੜ੍ਹ ਕਰਕੇ ਨਿਸ਼ਾਨ ਤੇ ਨਗਾਰਿਆਂ ਦੀ ਤਾਬਿਆ ਵਿੱਚ ਆਪਣੇ ਗੁਰੂ ਕੇ ਪੰਥ ਨੂੰ ਸਜਾਉਣਾ ਕੀਤਾ ਹੈ। ਇਹ ਮਹਾਰਾਜ ਸਾਹਿਬ ਜੀ ਦੇ ਬਚਨ ਬਾਬਾ ਜੱਸਾ ਸਿੰਘ ਜੀ ਪੜ੍ਹਿਆ ਕਰਦੇ ਸਨ। ਸੋ ਗੁਰੂ ਖਾਲਸਾ ਜੀ ਇੱਥੋਂ ਤੱਕ ਇਹ ਪਾਵਨ ਇਤਿਹਾਸ ਆਇਆ ਹੈ। ਕੱਲ ਨੂੰ ਅੱਗੇ ਕਥਾ ਆਵੇਗੀ। ਜਿਵੇਂ ਗੁਰੂ ਖਾਲਸਾ ਜੀ ਆਹਲੂਵਾਲੀਏ ਪਠਾਨ ਬਾਬਾ ਜੀ ਨੂੰ ਆ ਕਰਕੇ ਬਾਬਾ ਜੀ ਦੇ ਘੋੜੇ ਦਾ ਮੁੱਲ ਪਾਉਣਗੇ। ਬਾਬਾ ਜੀ ਉਹਨਾਂ ਨੂੰ ਕਰੜੇ ਬਚਨ ਕਹਿਣਗੇ ਅਤੇ ਘੋੜਿਆਂ ਦਾ ਮਹੱਤਵ ਦੱਸਣਗੇ ਵੀ ਉਹਨਾਂ ਲਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਘੋੜੇ ਕੀ ਮਾਇਨਾ ਰੱਖਦੇ ਹਨ। ਗੁਰੂ ਖਾਲਸਾ ਜੀ ਅਸਵਨਾਮਾ ਕਲਗੀਧਰ ਪਾਤਸ਼ਾਹ ਜੀ ਨੇ ਗ੍ਰੰਥ ਲਿਖਿਆ ਹੈ ਜਿਹਦੇ ਵਿੱਚ ਗੁਰੂ ਖਾਲਸਾ ਜੀ ਘੋੜਿਆਂ ਦਾ ਮਹਾਤਮ, ਘੋੜਿਆਂ ਦੇ ਦੁੱਖ ਤੇ ਉਹਨਾਂ ਦੇ ਇਲਾਜ ਉਹ ਗ੍ਰੰਥ ਵਿੱਚ ਦਾਸ ਨੇ ਪੜ੍ਹਿਆ ਹੈ। ਇਹ ਜਿਹੜੇ ਘੋੜੇ ਹਨ ਇਹ ਬਾਦਸ਼ਾਹਾਂ ਲਈ ਤੇ ਰੱਬੀ ਫਕੀਰਾਂ ਲਈ ਬਣੇ ਹਨ। ਬਾਦਸ਼ਾਹ ਤੇ ਫਕੀਰ ਅਤੇ ਅਵਤਾਰੀ ਜਾਨ ਇਹਨਾਂ ਘੋੜਿਆਂ ਦੀ ਪਿੱਠ ਤੇ ਬੈਠੇ ਹੋਏ ਸ਼ੋਭਦੇ ਹਨ। ਇਹ ਘੋੜੇ ਖੁਦਾ ਨੇ ਆਪਣੇ ਪਿਆਰਿਆਂ ਲਈ ਬਣਾਉਣਾ ਕੀਤੇ ਨੇ। ਐਸੇ ਅਸਵਨਾਮੇ ਗ੍ਰੰਥ ਦੇ ਵਿੱਚ ਬੋਲ ਲਿਖੇ ਹੋਏ ਹਨ। ਸੋ ਧੰਨ ਸਨ ਬਾਬਾ ਜੱਸਾ ਸਿੰਘ ਜੀ ਜਿਹੜੇ ਮਹਾਨ ਵੈਰਾਗੀ ਅਤੇ ਤਿਆਗੀ ਸਨ। ਗੁਰੂ ਖਾਲਸਾ ਜੀ ਪੰਥ ਦੀ ਜਥੇਦਾਰੀ ਪ੍ਰਾਪਤ ਹੋਈ ਵੀ ਉਹਨਾਂ ਨੂੰ, ਪਰ ਉਹਨਾਂ ਨੇ ਕਿਹਾ ਵੀ ਮੈਂ ਜਥੇਦਾਰੀ ਨਹੀਂ ਕਰਨੀ, ਮੈਂ ਤੇ ਭਜਨ ਕਰਨਾ ਹੈ। ਜਿਹੜੀ ਚੀਜ਼ ਨੂੰ ਠੁਕਰਾਇਆ ਉਹ ਚੀਜ਼ ਫਿਰ ਝੋਲੀ ਵਿੱਚ ਪਈ। ਗੁਰੂ ਖਾਲਸਾ ਜੀ ਆਪਾਂ ਮਗਰ ਮਗਰ ਭੱਜਦੇ ਆਂ, ਦਾਤਾਂ ਅੱਗੇ ਅੱਗੇ ਭੱਜਦੀਆਂ ਨੇ। ਜਦੋਂ ਆਪਾਂ ਸਿਦਕ ਕਰ ਲਵਾਂਗੇ ਤੇ ਸੱਚੇ ਪਾਤਸ਼ਾਹ ਜੀ ਸਾਡੀ ਝੋਲੀ 'ਚ ਆਪਣੇ ਆਪ ਹੀ ਦਾਤਾਂ ਪਾਉਣ ਲੱਗ ਪੈਣਗੇ। ਇਹਨਾਂ ਸ਼ਹੀਦਾਂ ਸਿੰਘਾਂ ਦੇ ਜੀਵਨ ਤੋਂ ਆਪਾਂ ਨੇ ਗੁਰੂ ਖਾਲਸਾ ਜੀ ਸੋਝੀ ਲੈਣੀ ਹੈ। ਜਿੱਦਾਂ ਇਹ ਤਿਆਗੀ ਵਿਰਾਗੀ ਹੋਏ ਨੇ ਇੱਦਾਂ ਹੀ ਆਪਾਂ ਤਿਆਗੀ ਤੇ ਵਿਰਾਗੀ ਹੋ ਕੇ ਨਿਸ਼ਕਾਮੀ ਹੋ ਕੇ ਗੁਰੂ ਕੇ ਪੰਥ ਖਾਲਸੇ ਦੀ ਸੇਵਾ ਕਰਨੀ ਹੈ। ਜਿੰਨੇ ਨਿਸ਼ਕਾਮੀ ਹੋ ਕੇ ਪੰਥ ਦੇ ਸੇਵਾਦਾਰ ਬਣਾਂਗੇ ਓਨੀਆਂ ਹੀ ਦਾਤਾਂ ਝੋਲੀ ਵਿੱਚ ਪੈਣਗੀਆਂ। ਜਿੰਨੇ ਦਾਤਾਂ ਦੇ ਮਗਰ ਮਗਰ ਭੱਜਾਂਗੇ ਓਨੀਆਂ ਹੀ ਗੁਰੂ ਖਾਲਸਾ ਜੀ ਦਾਤਾਂ ਅੱਗੇ ਅੱਗੇ ਜਾਣਗੀਆਂ। ਇੱਕ ਵਾਰੀ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਬੈਠੇ ਹੋਏ ਸਨ ਤੇ ਆਪ ਜੀ ਦੀ ਹਜ਼ੂਰੀ ਵਿੱਚ ਇੱਕ ਕੁੱਤਾ ਬੈਠਾ ਸੀ ਤੇ ਇੱਕ ਭਾਈ ਨੰਦ ਲਾਲ। ਮਹਾਰਾਜ ਗੱਫਾ ਲਾ ਰਹੇ ਸੀ, ਪ੍ਰਸ਼ਾਦਾ ਛਕ ਰਹੇ ਸੀ। ਮਹਾਰਾਜ ਨੇ ਇੱਕ ਬੁਰਕੀ ਤੋੜੀ ਤੇ ਕੁੱਤੇ ਵਾਲ ਨੂੰ ਸੁੱਟ ਦਿੱਤੀ ਤੇ ਨੰਦ ਲਾਲ ਜੀ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਜੀ ਇੱਕ ਬੁਰਕੀ ਮੈਨੂੰ ਹੀ ਬਖਸ਼ ਦਿਓ। ਤੇ ਮਹਾਰਾਜ ਕਲਗੀਧਰ ਜੀ ਕਹਿਣ ਲੱਗੇ, ਨਹੀਂ, ਕੁੱਤੇ ਵਾਂਗ ਸੰਤੋਖੀ ਬਣੋ। ਉਹਨੇ ਮੰਗੀ ਨਹੀਂ, ਅਸੀਂ ਕਿਰਪਾ ਦੇ ਘਰ ਵਿੱਚ ਆ ਕੇ ਬਖਸ਼ੀ ਹੈ।
ਸਾਨੂੰ ਸੰਤੋਖੀ ਵਿਰਾਗੀ ਤੇ ਤਿਆਗੀ ਬਣਨ ਦੀ ਲੋੜ ਹੈ। ਸੱਚੇ ਪਾਤਸ਼ਾਹ ਜੀ ਦਾਤਾਂ ਤੇ ਸਾਨੂੰ ਆਪੇ ਬਖਸ਼ ਦੇਣਗੇ। ਇਹ ਗੁਰੂ ਖਾਲਸਾ ਜੀ, ਬਾਬਾ ਜੱਸਾ ਸਿੰਘ ਜੀ, ਜਿਨ੍ਹਾਂ ਨੇ ਮਿਸਲ ਸ਼ਹੀਦਾਂ ਤਰਨਾ ਦਲ ਦੇ 7ਵੇਂ ਜਥੇਦਾਰ ਹੋ ਕਰਕੇ ਪੰਥ ਦੀ ਮਹਾਨ ਸੇਵਾ ਕੀਤੀ, ਵੱਡੇ ਸੇਵਾਦਾਰ ਅਖਵਾਏ। ਉਹਨਾਂ ਮਹਾਂਪੁਰਖਾਂ ਦੇ ਜੀਵਨ ਕੌਤਕਾਂ ਦੀ ਕਥਾ ਚੱਲਦੀ ਪਈ ਹੈ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰੋ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਘੋੜੇ ਦਾਸ ਗੋਬਿੰਦ ਸਿੰਘ ਕੇ ਭਗਤ ਦਾਦਨੀ ਪਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।